अल्प मत थोरी, तुम अपन बिरद रखावो। तुमरी शरण तुम्हारी आसा, तुम ही सजन सुहेले। राखो राखनहार दयाला, नानक घर के गोले। बदबख्त हम चूँ बखील गाफिल, बेनज़र बेबाक। नानक बुगोयद जन तुरा, तेरे चाकरा खाक। नानक बुगोयद जन तुरा, तेरे चाकरा खाक। जुगो जुग अटल चवर छत्र तखत दे मालक सतगुरु, ਗਿਆਨ ਦੀ ਮੂਰਤ ਗੁਣਾਂ ਦੇ ਭੰਡਾਰ। ਸਾਰੀ ਮਾਨਵਤਾ ਨੂੰ ਪਿਆਰ, ਏਕਤਾ, ਸੱਚ ਦਾ ਸੰਦੇਸ਼ ਦ੍ਰਿੜਾਉਣ ਵਾਲੇ ਸੱਚੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਗੁਰਦੇਵ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਉਸ ਮਹਾਨ ਅਸਥਾਨ, ਜਿਸ ਅਸਥਾਨ ਦੇ ਉੱਤੇ ਆ ਕੇ ਧਰਮ ਤੁਹਜਾ ਧਰਮ ਰੱਖਿਅਕ ਸਤਿਗੁਰੂ ਤੇਗ ਦੇ ਧਨੀ ਤਿਆਗ ਦੀ ਮੂਰਤ ਗੁਰਦੇਵ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਤਿਲਕ ਜੰਜੂ ਦੀ ਰਾਖੀ ਵਾਸਤੇ ਆਪਣਾ ਸੀਸ ਦਿੱਤਾ ਤੇ ਇਸ ਸ਼ਹਾਦਤ ਦੇ ਅਸਥਾਨ ਨੂੰ ਸਾਰੇ ਜਹਾਨ ਤੋਂ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਹਨ। ਸੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਗੋਦ ਵਿੱਚ ਉਸ ਪਾਵਨ ਅਸਥਾਨ 'ਤੇ ਆਪ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਜੁੜ ਬੈਠੇ ਵਡਭਾਗੀ ਸਤਸੰਗੀ ਜਨੋ, ਅੰਮ੍ਰਿਤ ਬਾਣੀ ਦੇ ਪ੍ਰਵਾਹ ਚੱਲ ਰਹੇ ਹਨ। ਨਿਤਨੇਮ ਬਾਣੀਆਂ ਤੋਂ ਉਪਰੰਤ ਆਸਾਕੀ ਵਾਰ ਦਾ ਕੀਰਤਨ, ਸ਼ਬਦ ਕੀਰਤਨ ਬੜੇ ਪਿਆਰ ਨਾਲ ਆਪ ਜੀਆਂ ਨੇ ਸ਼ਰਵਣ ਕੀਤਾ। ਨਾਲ ਹੀ ਗੁਰੂ ਦਰਬਾਰ ਵਿਖੇ ਜੋ ਬਾਣੀ ਦੀ ਲੜੀਵਾਰ ਵਿਚਾਰ ਹੈ, ਉਸ ਵਿੱਚੋਂ ਜੋ ਅੱਜ ਦੇ ਮੁਬਾਰਕ ਬਚਨ ਵਿਚਾਰ ਵਾਸਤੇ ਜੋ ਸ਼ਬਦ ਗੌੜੀ ਰਾਗ ਦੀ ਵਾਰ ਵਿੱਚੋਂ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਗੁਰਦੇਵ ਪਿਤਾ ਜੀ ਦੇ ਸਰਲੇਖ ਵਿੱਚ ਉਚਾਰੀ ਇਹ ਲਿਖੀ ਦਰਜ ਕੀਤੀ ਵਾਰ ਹੈ। ਉਸ ਵਿੱਚੋਂ ਆਪ ਜੀ ਨੇ 32ਵੇਂ ਨੰਬਰ ਦੀ ਪੌੜੀ ਨਾਲ ਦੇ 2 ਸ਼ਲੋਕਾਂ ਦਾ ਮੂਲ ਪਾਠ ਪਾਵਨ ਅਸਥਾਨ ਦੇ ਹੈਡ ਗ੍ਰੰਥੀ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਉਹਨਾਂ ਪਾਸੋਂ ਸਰਵਣ ਕੀਤਾ ਹੈ। ਆਓ ਨਿਯਤ ਸਮੇਂ ਵਿੱਚ ਰਹਿੰਦੇ ਹਾਂ ਆਪਾਂ ਗੁਰੂ ਬਾਬਾ ਜੀ ਦੇ ਉਚਾਰਨ ਕੀਤੇ ਇਹਨਾਂ ਅੰਮ੍ਰਿਤ ਉਪਦੇਸ਼ਾਂ ਨੂੰ ਸਮਝਣ ਦਾ ਯਤਨ ਕਰਨਾ। ਵਿਚਾਰ ਦੀ ਸਾਂਝ ਤੋਂ ਪਹਿਲੋਂ ਮਨੋਬਿਰਤੀਆਂ ਇਕਾਗਰ ਕਰਦੇ ਹਾਂ। ਲਗਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਗੁਰੂ ਫਤਿਹ ਦੀ ਪ੍ਰਵਾਨਗੀ ਬਖਸ਼ੋ ਜੀ, ਕੋਈ ਰਸ ਨਾ ਵਾਂਝੀ ਨਾ ਰਵੇ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਚਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 317 ਉੱਤੇ ਸ਼ੁਭਾਈਮਾਨ। ਜੈਸਾ ਕਿ ਆਪ ਜੀ ਨੂੰ ਪਤਾ ਹੈ ਕਿ ਵਾਰਾਂ ਅੰਦਰ ਜਦੋਂ ਵਿਚਾਰ ਦਾ ਸਬਜੈਕਟ ਜਿਹੜਾ ਚੁਣਿਆ ਜਾਂਦਾ ਹੈ, ਉਹ ਪੌੜੀ ਦੀ ਆਖਰੀ ਪੰਕਤੀ ਵਿੱਚੋਂ ਸਿਧਾਂਤ ਜਿਹੜਾ ਹੈ ਉਹ ਮਿਲਦਾ ਹੈ।
ਤੇ ਅੱਜ ਦੀ ਇਸ ਪਾਵਨ ਵਾਰ ਦੀ 32ਵੀਂ ਪੌੜੀ ਵਿੱਚ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਨੇ, ਸਮਝਾਉਂਦੇ ਨੇ। ਇੱਕ ਖਾਸ ਸ਼੍ਰੇਣੀ ਵਾਸਤੇ ਇੱਥੇ ਹਿਦਾਇਤ ਕਰਦੇ ਹੈ। ਉਹ ਖਾਸ ਸ਼੍ਰੇਣੀ ਹੈ ਜਿਹੜੀ ਰੱਬ ਦੀ ਇਬਾਦਤ ਨੂੰ ਛੱਡ ਕੇ, ਅਕਾਲ ਪੁਰਖ ਜੀ ਦੀ ਬੰਦਗੀ ਨੂੰ ਛੱਡ ਕੇ ਅਹੰਕਾਰ ਵਿੱਚ ਹੈ, ਔਰ ਜਗਤ ਦੇ ਅੰਦਰ ਕਲਹ ਨੂੰ, ਕਲੇਸ਼ ਨੂੰ ਵਧਾਵਾ ਦਿੰਦੀ ਹੈ। ਉਸ ਨੂੰ ਇਸੇ ਪੌੜੀ ਵਿੱਚ ਅਕਿਰਤ ਘਣ ਵੀ ਕਿਹਾ ਤੇ ਅਹੰਕਾਰ ਮੱਤੇ ਅਹੰਗਮੇਵ ਵਿੱਚ ਜੀ ਰਿਹਾ ਕਿਹਾ। ਉਹਨਾਂ ਵਾਸਤੇ ਅੱਜ ਦਾ ਇਹ ਪੂਰਾ ਵਿਸ਼ਾ ਹੈ ਜੀ। ਆਓ ਗੁਰੂ ਪਿਤਾ ਦੇ ਅੰਮ੍ਰਿਤ ਬਚਨਾਂ ਨਾਲ ਜੁੜ ਕੇ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਇਸ ਦੀ ਸੋਝੀ ਹੋ ਸਕੇ ਤੇ ਸਮਝ ਸਕੀਏ ਕਿ ਅਹੰਕਾਰੀ ਮਨੁੱਖ ਦੀ ਜ਼ਿੰਦਗੀ, ਅਕਿਰਤ ਘਣ ਦੀ ਜ਼ਿੰਦਗੀ ਕਿਤਨੀ ਮਾੜੀ ਹੋਇਆ ਕਰਦੀ ਹੈ। ਸ਼ਲੋਕ ਵਿੱਚ ਪਾਤਸ਼ਾਹ ਕਹਿੰਦੇ ਹਨ, ਸ਼ਲੋਕ ਮਹੱਲਾ ਪੰਜਵਾਂ। ਪੌੜੀ ਹੈ ਗੁਰੂ ਰਾਮਦਾਸ ਸਾਹਿਬ ਦੀ ਤੇ 2 ਸ਼ਲੋਕ ਨੇ, ਦੋਨੇ ਹੀ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਹਨ। ਗੁਰ ਨਾਨਕ ਹਰਿ ਨਾਮ ਦ੍ਰਿੜਾਇਆ, ਭੰਨਨ ਘੜਨ ਸਮਰੱਥ। ਗੁਰ ਨਾਨਕ ਹਰ ਨਾਮ ਦ੍ਰਿੜਾਇਆ। ਇੱਥੇ ਗੱਲ ਕਰਦੇ ਨੇ ਕਿ ਹੇ ਨਾਨਕ, ਜਿਸ ਅਕਾਲ ਪੁਰਖ ਦੀ ਕਿਰਪਾ ਵਿੱਚ ਇਹ ਜਗਤ ਦੀ ਬਣਤਰ ਘਾੜਤ ਹੈ ਤੇ ਭੰਨਣਾ ਨਾਸ਼ ਹੈ। ਭਾਵ ਜੋ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਬਾਹਰਮੁਖੀ ਰੂਪ ਵਿੱਚ ਦਿਸਦੇ ਇਸ ਸਾਰੇ ਜਗਤ ਨੂੰ ਘੜਦਾ ਵੀ ਹੈ ਤੇ ਭੰਨ ਵੀ ਦਿੰਦਾ ਹੈ। ਆਪੇ ਥਾਪ ਉਥਾਪਦਾ, ਸਾਜਦਾ ਵੀ ਹੈ ਤੇ ਸੰਘਾਰਦਾ ਵੀ ਹੈ। ਆਪੇ ਫੁਨ ਗੋਈ ਨਾਸ਼ ਵੀ ਕਰ ਦਿੰਦਾ ਹੈ। ਭੰਨਨ ਘੜਨ ਦੇ ਸਮਰੱਥ ਜਿਹੜਾ ਮਾਲਕ ਹੈ, ਕਹਿੰਦੇ ਹੇ ਨਾਨਕ, ਗੁਰੂ ਨੇ ਹਰ ਨਾਮ ਦ੍ਰਿੜਾਇਆ। ਐਸੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਦ੍ਰਿੜ ਕਰਾ ਦਿੱਤਾ ਹੈ। ਲੇਕਿਨ ਇੱਥੇ ਇੱਕ ਵਿਚਾਰ ਹੈ। ਮਾਲਕ ਦਾ ਗਿਆਨ, ਗੁਰੂ ਦਾ ਹੁਕਮ ਸਾਰੇ ਜਹਾਨ ਨੂੰ ਗਿਆਨ ਦੇ ਕੇ ਨਾਮ ਦ੍ਰਿੜ ਕਰਾਉਂਦਾ ਹੈ, ਪਰ ਪਾਤਸ਼ਾਹ ਦੀ ਵਿਚਾਰਧਾਰਾ ਵਿੱਚ ਹੈ ਕਿ ਕੋਈ ਵਿਰਲਾ ਹੈ ਉਸ ਗਿਆਨ ਨੂੰ ਪ੍ਰਾਪਤ ਕਰਦਾ ਹੈ। ਹੈਨ ਵਿਰਲੇ ਨਾਹੀਂ ਘਣੇ, ਫੈਲ ਫੱਕੜ ਸੰਸਾਰ। ਐਸੇ ਸਮਰੱਥ ਮਾਲਕ ਦੇ ਨਾਲ ਜੋੜਨ ਵਾਲਾ ਕੇਵਲ ਅਕਾਲ ਪੁਰਖ ਹੈ। ਕੇਵਲ ਘੜਨ ਵਾਲਾ ਅਕਾਲ ਪੁਰਖ ਹੈ ਤੇ ਜੋੜਨ ਵਾਲਾ ਗੁਰੂ ਹੈ। ਗੁਰੂ ਤੋਂ ਬਿਨਾ ਸੱਚ ਦੀ ਸੋਝੀ ਨਹੀਂ। ਗੁਰੂ ਸਾਹਿਬ ਦੇ ਬਾਰੇ ਬਾਣੀ 'ਚ ਬਚਨ ਹੈ ਨਾ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਕਿਉਂਕਿ ਸੁਰਤ ਤੇ ਸਿੱਧ ਦੀ, ਬੁੱਧ ਦੀ, ਮਤ ਦੀ ਅਗਰ ਗੱਲ ਪੁੱਛਦੇ ਆ ਨਾ ਗੁਰੂ ਬਾਬਾ ਜੀ ਨੂੰ, ਤੇ ਪਾਤਸ਼ਾਹ ਕਹਿੰਦੇ ਨੇ ਕੇਵਲ ਗੁਰੂ ਹੀ ਹੈ ਜਿਹੜਾ ਤੈਨੂੰ ਸੱਚੇ ਨਾਲ ਜੋੜੇਗਾ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਮਿਲਣਾ ਉਸ ਰੱਬ ਨੂੰ ਹੈ, ਮਿਲਾਪ ਗੁਰੂ ਨੇ ਕਰਾਉਣਾ। ਇੱਕ ਸ਼ਬਦ ਆਪਾਂ ਆਮ ਕਰਕੇ ਖਾਲੀ ਵਿਆਹਾਂ ਵੇਲੇ ਹੀ ਸੁਣਦੇ ਹਾਂ, ਜਦ ਕਿ ਇਹ ਸ਼ਬਦ ਸਤਿਗੁਰੂ ਵਾਸਤੇ ਹੈ ਜਿਹੜਾ ਰੱਬ ਨੂੰ ਮਿਲਾਉਂਦਾ ਹੈ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਇਂਦਾ, ਕੱਟੇ ਹੋ ਮੈਂ ਰੋਗ। ਅੱਗੇ ਬਚਨ ਹੈ, ਨਾਨਕ ਸਤਿਗੁਰ ਤਿਨਹ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਜੋਗ। ਐਸੇ ਵਿਚੋਲੇ ਗੁਰੂ ਨੂੰ ਰੱਬ ਨੇ ਮਿਲਾਉਣਾ ਹੈ ਤੇ ਰੱਬ ਜੀ ਜਦੋਂ ਕਿਰਪਾ ਕਰਦੇ ਨੇ ਫਿਰ ਗੁਰੂ ਮਿਲਦਾ ਹੈ। ਉਸ ਗੁਰੂ ਦੇ ਮਿਲਾਪ ਦੀ ਬਰਕਤ ਨੂੰ ਗੁਰੂ ਅਰਜਨ ਸਾਹਿਬ ਜੀ ਬਿਆਨ ਕਰਦੇ ਨੇ। ਗੁਰ ਨਾਨਕ ਹਰ ਨਾਮ ਦ੍ਰਿੜਾਇਆ, ਭੰਨਨ ਘੜਨ ਸਮਰੱਥ। ਪ੍ਰਭ ਸਦਾ ਸੰਭਾਲੈ ਮਿੱਤਰ ਤੂੰ, ਦੁੱਖ ਸਬਾਇਆ ਲੱਥ। ਫਿਰ ਸਾਨੂੰ ਕਿੰਨੇ ਪਿਆਰ ਨਾਲ ਸਮਝਾ ਰਹੇ ਨੇ। ਕਹਿੰਦੇ ਹੇ ਮਿੱਤਰ,
ਤੂੰ ਅਗਰ ਰੱਬ ਨੂੰ ਸੰਭਾਲੈ, ਸੰਭਾਲੈ ਦਾ ਅਰਥ ਹੁੰਦਾ ਸੰਭਾਲਣਾ, ਹਿਰਦੇ 'ਚ ਯਾਦ ਕਰਨਾ। ਅਗਰ ਇਹ ਪ੍ਰਾਣੀ ਤੂੰ ਵੀ ਉਸ ਮਾਲਕ ਦੇ ਵਾਹਿਗੁਰੂ ਦੇ ਨਾਮ ਨੂੰ, ਗੁਰੂ ਦੁਆਰਾ ਦਰਸਾਏ ਸੱਚ ਨੂੰ ਸੰਭਾਲ ਲਵੇਂ ਆਪਣੇ ਹਿਰਦੇ ਵਿੱਚ, ਤੇ ਸਾਧ ਸੰਗਤ ਇਸ ਦੀ ਬਰਕਤ ਕਿਤਨੀ ਕਮਾਲ ਹੈ। ਪਾਤਸ਼ਾਹ ਕਹਿੰਦੇ ਦੁੱਖ ਸਬਾਇਆ ਲੱਥ, ਤੇਰੇ ਜੀਵਨ ਵਿੱਚੋਂ ਸਾਰੇ ਦੁੱਖ ਜਿਹੜੇ ਨੇ ਉਹ ਨਾਸ਼ ਹੋ ਜਾਣਗੇ, ਲੈ ਜਾਣਗੇ, ਲੱਥ ਜਾਣਗੇ। ਇਹ ਵੀ ਤਰੀਕਾ ਗੁਰੂ ਦੀ ਬਾਣੀ ਵਿੱਚ ਬਹੁਤ ਵਾਰੀ ਬਚਨ ਗੁਰੂ ਕੇ ਆਪਾਂ ਪੜ੍ਹਦੇ ਹਾਂ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਆਨੰਦ ਕਰੈ ਨਰ ਨਾਰੀ। ਕਦੋਂ ਹੁੰਦੀ ਹੈ ਜੀ ਇਹ ਕਿਰਪਾ? ਕਦੋਂ ਆਨੰਦ ਬਣਦਾ ਹੈ? ਹਰ ਹਰ ਪ੍ਰਭ ਕਿਰਪਾ ਧਾਰੀ, ਜਦੋਂ ਉਹ ਮਾਲਕ ਰਹਿਮਤ ਕਰਦਾ ਹੈ, ਜਦੋਂ ਉਹ ਮਾਲਕ ਤਰਸ ਦੇ ਘਰ ਵਿੱਚ ਆਉਂਦਾ ਹੈ। ਹੁਣ ਇੱਥੇ ਇੱਕ ਸਵਾਲ ਹੈ ਵੀ ਉਹ ਤਰਸ ਦੇ ਘਰ ਵਿੱਚ ਕਦੋਂ ਆਉਂਦਾ? ਆਪਾਂ ਤੇ ਮੱਥਾ ਵੀ ਟੇਕਦੇ ਹਾਂ, ਆਪਾਂ ਤੇ ਪਰਿਕਰਮਾ ਕਰਦੇ ਹਾਂ, ਰੁਮਾਲੇ ਵੀ ਭੇਟ ਕਰਦੇ ਹਾਂ, ਪਰ ਕਿਰਪਾ ਕਿਉਂ ਨਹੀਂ ਹੁੰਦੀ? ਸਾਧ ਸੰਗਤ ਜੀ, ਗੁਰੂ ਬਾਬਾ ਜੀ ਦੇ ਬਚਨ ਨੇ। ਦੇਖੋ ਬਹੁਤ ਵਾਰੀ ਆਪਾਂ ਕੁਝ ਗੱਲਾਂ ਵਿੱਚ ਉਲਝ ਕੇ, ਕੁਝ ਭਰਮਾਂ ਵਿੱਚ ਪੈ ਕੇ ਨਾ ਗਲਤ ਰਸਤੇ ਪੈ ਜਾਂਦੇ ਹਾਂ। ਗੁਰਦੁਆਰੇ ਆ ਕੇ ਵੀ ਅਸੀਂ ਅਨਮਤ ਦੇ ਉਹ ਕੰਮ ਕਰ ਜਾਂਦੇ ਹਾਂ ਜਿੱਥੇ ਗਿਣਤੀ ਦੇ ਪਾਠ, ਗਿਣਤੀ ਦੇ ਦਿਨਾਂ ਦਾ ਮੱਥਾ ਟੇਕਣਾ, ਚੱਲੀਏ ਦਾ ਬੜਾ ਪ੍ਰਚਲਨ ਬਣ ਗਿਆ ਹੈ। ਫਿਰ ਵੀ ਸੁੱਖ ਨਹੀਂ ਮਿਲਦਾ ਕਿਉਂਕਿ ਅਸੀਂ ਉੱਥੇ ਵੀ ਅਧੂਰੇ ਹਾਂ। ਰਾਤ ਨੂੰ ਆਉਂਦੇ ਨੇ ਨੌਜਵਾਨ, ਰਾਤੀ ਪਹੁੰਚਣਗੇ 11, 11:30, 12 ਵਜੇ ਤੱਕ ਅੱਜ ਦੀ ਸੇਵਾ ਹੈ ਤੇ 12 ਤੋਂ ਬਾਅਦ ਅਗਲੇ ਦਿਨ ਦੀ ਕਰਕੇ ਇੱਕੋ ਵਾਰੀ ਨਿਕਲ ਜਾਓ ਤੇ ਫਿਰ ਕਹਿੰਦੇ ਆ ਨਾ ਹੀ ਰਾਮ ਆਣਾ। ਉਹ ਸਭ ਜਾਣਦਾ, ਸਾਡੀਆਂ ਇੱਥੇ ਵੀ ਚਲਾਕੀਆਂ ਨੇ, ਲੇਕਿਨ ਖਿਆਲ ਕਰਿਓ ਇਹ ਦੁੱਖ ਦੂਰ ਕਿਵੇਂ ਹੁੰਦੇ ਨੇ, ਮਾਲਕ ਦੀ ਕਿਰਪਾ ਕਿਵੇਂ ਹੁੰਦੀ ਹੈ। ਸਤਿਗੁਰੂ ਸਮਝਾਉਂਦੇ ਨੇ, ਕਹਿੰਦੇ ਨੇ ਤੂੰ ਕਰਮ ਕਰਨਾ, ਸਭ ਤੇਰੇ ਹੱਥ ਚਾਬੀ ਹੈ। ਕਰਮ ਦਾ ਰਸਤਾ ਗਿਆਨ ਦੀ ਰੋਸ਼ਨੀ ਵਿੱਚ ਗੁਰੂ ਨੇ ਦਿੱਤਾ ਤੇ ਉਹ ਤਰੀਕਾ ਹੈ ਰਸਨਾ ਗੁਣ ਗੋਪਾਲ ਨਿਦ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਪਲਾਇਣ। ਇਤਨਾ ਸੌਖਾ ਗਿਆਨ ਗੁਰੂ ਬਾਬਾ ਜੀ ਵੱਲੋਂ ਸਾਨੂੰ ਪਤਾ ਲੱਗਦਾ ਹੋਵੇ, ਮਿਲਦਾ ਹੋਵੇ, ਤੇ ਫਿਰ ਸਿੱਖ ਆਖੇ ਵੀ ਸਾਡੇ ਦੁੱਖ ਨਹੀਂ ਦੂਰ ਹੁੰਦੇ, ਸਾਨੂੰ ਕੋਈ ਰਸਤਾ ਦੱਸੋ। ਤੇ ਸਾਧ ਸੰਗਤ, ਗੁਰੂ ਵਰਗਾ ਮਾਰਗ ਤੇ ਦੁਨੀਆ 'ਚ ਹੋਰ ਕੋਈ ਦਰੜਾ ਨਹੀਂ ਸਕਦਾ। ਜਿਸ ਨੂੰ ਗੁਰੂ ਦੇ ਦਰਸਾਏ ਰਸਤੇ ਦੇ ਉੱਤੇ ਚੱਲ ਕੇ ਆਨੰਦ ਨਹੀਂ ਪ੍ਰਾਪਤ ਹੋਇਆ, ਉਹ ਕੇਵਲ ਤੋਂ ਕੇਵਲ ਬੁਝਾਰਤਾਂ ਹੀ ਪਾ ਰਿਹਾ ਤੇ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਧਰਮੀ ਦਿਖਾ ਰਿਹਾ। ਸਤਿਗੁਰੂ ਕਹਿ ਰਹੇ ਨੇ, ਕਹਿੰਦੇ ਨੇ ਪ੍ਰਭ ਸਦਾ ਸੰਭਾਲੇ ਮਿੱਤਰ ਤੂੰ। ਐ ਮੇਰੇ ਮਿੱਤਰ, ਜੇ ਤੂੰ ਵੀ ਆਪਣੇ ਹਿਰਦੇ ਵਿੱਚ ਉਸ ਰੱਬ ਨੂੰ, ਉਸ ਦੇ ਨਾਮ ਨੂੰ, ਉਸ ਮਾਲਕ ਦੇ ਗੁਣਾਂ ਨੂੰ ਸੰਭਾਲ ਲਵੇਂ, ਵਸਾ ਲਵੇਂ, ਤੇ ਕੀ ਹੋਏਗਾ? ਦੁੱਖ ਸਬਾਇਆ ਲੱਥ, ਤੇਰੇ ਸਾਰੇ ਦੁੱਖ ਜਿਹੜੇ ਨੇ ਲੱਥ ਜਾਣਗੇ, ਤੇਰੇ ਦੁੱਖ ਦੂਰ ਹੋ ਜਾਣਗੇ। ਹੁਣ ਇਸ ਤੋਂ ਸਿੱਧਾ ਮਾਰਗ ਦੱਸੋ ਸਾਧ ਸੰਗਤ, ਹੋਰ ਕੋਈ ਮਿਲਦਾ? ਬਾਪੂ ਨੇ ਤੇ ਕਿਤੇ ਨਹੀਂ ਕਿਹਾ ਸੋਮਵਾਰ ਨਹਾਇਆ ਕਰ, ਗੁਰੂ ਨੇ ਤੇ ਕਿਤੇ ਨਹੀਂ ਕਿਹਾ ਮੰਗਲਵਾਰ ਇਹ ਪ੍ਰਸ਼ਾਦ ਵੰਡਿਆ ਕਰ। ਜਿਨ੍ਹਾਂ ਦਾ ਹੈ ਉਹਨਾਂ ਨੂੰ ਤੇ ਮੁਬਾਰਕ ਹੈ, ਉਹ ਕਰਨ, ਉਹਨਾਂ ਦੇ ਧਰਮ ਦਾ, ਮਜ਼ਹਬ ਦਾ ਸਿਸਟਮ ਹੈ, ਉਹ ਕਰਦੇ ਰਹਿਣ। ਪਰ ਸਾਨੂੰ ਤੇ ਗੁਰੂ ਬਾਬੇ ਨੇ ਸੌਖਾ ਢੰਗ ਦਿੱਤਾ ਹੈ ਕਿ ਕਿਰਤ ਵਿਰਤ ਕਰ ਧਰਮ ਦੀ। ਗੁਰੂ ਦੀ ਸਿਧਾਂਤਕ ਵਿਚਾਰਧਾਰਾ ਭਾਈ ਗੁਰਦਾਸ ਦੇ ਬਚਨ ਨੇ। ਤੇਰੇ ਜੀਵਨ ਵਿੱਚ ਨੇਕ ਕਿਰਤ ਤੇ ਤੇਰੀ ਰਸਨਾ ਦੇ ਉੱਤੇ ਰੱਬ ਦੀ ਕੀਰਤੀ ਹੋਵੇ, ਤੈਨੂੰ ਕਦੇ ਦੁੱਖ ਨਹੀਂ ਲੱਗੇਗਾ, ਕਿਉਂਕਿ ਕੀਰਤੀ ਨੇ ਤੇਰੇ ਅੰਦਰਲੇ ਰੋਗ ਕੱਟਣੇ ਨੇ ਤੇ ਕਿਰਤ ਨੇ ਤੈਨੂੰ ਬਾਹਰੋਂ ਮਜ਼ਬੂਤ ਵੀ ਰੱਖਣਾ ਤੇ ਤੈਨੂੰ ਰੋਜ਼ੀ ਰੋਟੀ ਵਿੱਚ ਵੀ ਸੰਪੰਨ ਬਣਾ ਕੇ ਰੱਖਣਾ। ਤੈਨੂੰ ਮੁਤਾਜ਼ਗੀ ਨਹੀਂ ਮਿਲੇਗੀ, ਆਨੰਦ ਬਣੇਗਾ। ਅਗਲੇ ਸ਼ਲੋਕ ਵਿੱਚ ਫਿਰ ਗੱਲ ਸਮਝਾਉਂਦੇ, ਬੜੀ ਪਿਆਰੀ ਗੱਲ ਹੈ ਸਾਧ ਸੰਗਤ, ਗੁਰੂ ਅਰਜਨ ਸਾਹਿਬ ਦੀ, ਤਵੱਜੋ ਦੇਣਾ। ਕਹਿੰਦੇ ਨੇ ਮਹੱਲਾ ਪੰਜਵਾਂ, ਖੁਦੀਆਵੰਤ ਨਾ ਜਾਣੀ ਲਾਜ ਕੁਲਾਜ ਕੁਬੋਲ। ਇਹ ਖੁਦੀਆਵੰਤ, ਖੁਦਿਆ ਭੁੱਖ ਨੂੰ ਕਹਿੰਦੇ ਹੈ। ਖੁਦੀਆਵੰਤ ਭੁੱਖਾ ਮਨੁੱਖ, ਜਿਹਨੂੰ ਬਹੁਤ ਭੁੱਖ ਲੱਗੀ ਹੋਵੇ ਨਾ, ਕਹਿੰਦੇ ਨੇ ਉਸ ਨੂੰ ਜਦੋਂ ਅੰਦਰ ਦੀ ਅੱਗ ਸਾੜਦੀ ਹੈ ਨਾ, ਦੁਖੀ ਹੁੰਦਾ ਉਹ।
ਤੇ ਉਹ ਫਿਰ ਕਿਸੇ ਦੇ ਬੋਲ ਕੁਬੋਲ ਨਹੀਂ ਸੁਣ ਦੇਖਦਾ, ਉਹ ਹੱਥ ਜੋੜ ਕੇ ਬਸ ਇੱਕੋ ਗੱਲ ਕਰਦਾ ਵੀ ਮੈਨੂੰ ਭੁੱਖ ਬਹੁਤ ਲੱਗੀ ਹੈ, ਮੈਨੂੰ ਪ੍ਰਸ਼ਾਦਾ ਦੇ ਦਿਓ। ਉਹ ਦੁਨੀਆ ਦੀ ਲਾਜ ਨੂੰ ਛੱਡਦਾ। ਵੈਸੇ ਵੀ ਸਿਆਣਿਆਂ ਦਾ ਬੋਲ ਹੈ ਕਿ ਮੰਗਣਾ ਜਿਹੜਾ ਹੈ ਇਹ ਮਰ ਕੇ ਸ਼ੁਰੂ ਹੁੰਦਾ ਹੈ। ਜਦੋਂ ਤੱਕ ਅੰਦਰ ਕੋਈ ਨਾ ਕੋਈ ਅਣਖ ਗੈਰਤ ਹੈ, ਬੰਦਾ ਮੰਗਤਾ ਨਹੀਂ ਬਣਦਾ। ਜਦੋਂ ਅੰਦਰੋਂ ਬਿਲਕੁਲ ਹੀ ਮਰ ਗਿਆ, ਫਿਰ ਉਹ ਮੰਗਤਾ ਬਣਦਾ ਹੈ, ਫਿਰ ਉਹ ਜਾਚਕ ਬਣਦਾ ਹੈ। ਇਹ ਤੇ ਅੱਜ ਦੁਨੀਆ ਦੇ ਮੰਗਤੇ ਬਹੁਤ ਨੇ। ਖੈਰ ਅਸੀਂ ਥਾਂ ਪਰ ਥਾਂ ਦੇਖਦੇ ਹਾਂ, ਅੱਜ ਇਹ ਧੰਦਾ ਵੀ ਬਣਿਆ ਪਿਆ। ਦਿੱਲੀ 'ਚ ਸ਼ਹਿਰ ਵਿੱਚ ਤੁਸੀਂ ਰਹਿੰਦੇ ਹੋ, ਲੇਕਿਨ ਜਿਹੜੇ ਅਸਲ ਵਿੱਚ ਜ਼ਰੂਰਤਮੰਦ ਲੋਕ ਨੇ, ਕਹਿੰਦੇ ਮੰਗਣ ਉਦੋਂ ਚੱਲਦਾ ਜਦੋਂ ਆਪੇ ਨੂੰ ਮਾਰ ਲੈਂਦਾ ਹੈ। ਤੇ ਗੁਰੂ ਪਾਤਸ਼ਾਹ ਨੇ ਇਸੇ ਕਰਕੇ ਉਦਾਹਰਣ ਵਰਤੀ ਹੈ। ਕਹਿੰਦੇ ਨੇ ਸਿੱਖਾ, ਜਿਵੇਂ ਇੱਕ ਭੁੱਖਾ ਮਨੁੱਖ ਹੈ, ਉਹ ਇਹ ਨਹੀਂ ਦੇਖਦਾ ਸਾਹਮਣੇ ਵਾਲਾ ਮੈਨੂੰ ਕੀ ਬੋਲ ਰਿਹਾ, ਕਿਉਂਕਿ ਉਸ ਦੀ ਜ਼ਰੂਰਤ ਕੁਝ ਹੋਰ ਹੈ। ਉਹ ਬੋਲ ਨਹੀਂ ਸੁਣਦਾ, ਉਹ ਇਤਨੀ ਗੱਲ ਦੇਖਦਾ ਵੀ ਮੈਨੂੰ ਰੋਟੀ ਮਿਲੇ ਤੇ ਮੇਰੀ ਅੱਗ ਜਿਹੜੀ ਅੰਦਰ ਦੀ ਉਹ ਸ਼ਾਂਤ ਹੋਵੇ। ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਅੱਗੇ ਕਹਿੰਦੇ, ਨਾਨਕ ਮੰਗੈ ਨਾਮ ਹਰ, ਕਰ ਕਿਰਪਾ ਸੰਜੋਗ। ਕਹਿੰਦੇ ਨੇ ਸਿੱਖਾ, ਆਪਣੇ ਗੁਰੂ ਕੋਲ ਆ, ਆਪਣੇ ਮਾਲਕ ਕੋਲ ਆ, ਤੇ ਆ ਕੇ ਇਸ ਤਰੀਕੇ ਨਾਲ ਮੰਗ ਕਰੀ ਆ ਕੇ ਕਿ ਸੱਚੇ ਪਾਤਸ਼ਾਹ ਮੈਨੂੰ ਆਪਣੇ ਨਾਮ ਦੀ ਦਾਤ ਦੇ, ਮੇਰੇ ਤੇ ਕਿਰਪਾ ਕਰੋ, ਮੇਰਾ ਆਪ ਦੇ ਨਾਲ ਪਿਆਰ ਬਣਿਆ ਰਵੇ, ਮੇਰੇ ਕੋਲ ਨਾਮ ਦਾ ਧਨ ਹੋਵੇ ਜਿਸ ਤੋਂ ਮੈਂ ਖਾਲੀ ਹਾਂ, ਮੈਨੂੰ ਅੱਜ ਨਾਮ ਧਨ ਦੀ ਲੋੜ ਹੈ। ਕੇਵਲ ਤੋਂ ਕੇਵਲ ਇਹ ਜਾਚਨਾ ਗੁਰੂ ਨੇ ਸਿਖਾਈ। ਖੈਰ ਬਾਣੀ ਦੇ ਬਹੁਤ ਸਾਰੇ ਬਚਨ ਸਾਨੂੰ ਮਿਲਦੇ ਨੇ। ਮੰਗ ਨਾ ਮੰਗਨ ਨੀਕਾ, ਹਰ ਜਸ ਗੁਰ ਤੇ ਮੰਗ ਨਾ। ਗੁਰੂ ਬਾਬਾ ਜੀ ਕਹਿੰਦੇ ਨੇ ਤੂੰ ਨਾਮ ਮੰਗ, ਹਰੀ ਦੀ ਕੀਰਤੀ ਮੰਗ, ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ। ਤੂੰ ਇੱਕ ਨਾਮ ਮੰਗ ਲੈ ਇੱਕ। ਅਗਰ ਤੇਰੇ ਹਿਰਦੇ ਵਿੱਚ, ਤੇਰੇ ਪੱਲੇ ਵਿੱਚ ਨਾਮ ਧਨ ਹੈ, ਤੈਨੂੰ ਕੋਈ ਮੁਤਾਜ਼ਗੀ ਨਹੀਂ ਰਹਿਣੀ। ਸਮਝ, ਤੈਨੂੰ ਸਭ ਕੁਝ ਮਿਲ ਜਾਏਗਾ। ਬਾਕੀ ਤੇਰੇ ਕੋਲ ਜੇ ਸਭ ਕੁਝ ਹੈ ਔਰ ਤੇਰੇ ਪੱਲੇ ਨਾਮ ਨਹੀਂ, ਤੇ ਗੁਰਦੇਵ ਨੇ ਇਹ ਵੀ ਸਾਨੂੰ ਸਮਝਾ ਕੇ ਆਪਣਾ ਸੱਚ ਰੱਖ ਦਿੱਤਾ ਕਿ ਦੇਖ ਬੰਦੇ, ਜੇ ਸਭ ਕੁਝ ਕੋਲ ਹੈ ਲੇਕਿਨ ਨਾਮ ਨਹੀਂ, ਤੇ ਤੇਰੀ ਫਿਰ ਵੀ ਰੱਬ ਦੇ ਦਰਬਾਰੇ ਕੋਈ ਕਦਰ ਨਹੀਂ। ਹਜ਼ੂਰ ਦੇ ਬਚਨ ਆਪਾਂ ਪੜ੍ਹਦੇ ਸੁਣਦੇ ਹਾਂ। ਬਸੰਤ ਸਵਰਗ ਲੋਕੈ, ਜਿਤ ਤੇ ਪ੍ਰਥਵੀ ਨਵ ਖੰਡਨੈ, ਬਿਸਰੰਤ ਹਰ ਗੋਪਾਲੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ, ਕੋਤਕ ਕੋੜ ਤਮਾਸਿਆਂ, ਚਿੱਤ ਨ ਆਵਸ ਨਾਉ, ਨਾਨਕ ਕੋੜੀ ਨਰਕ ਬਰਾਬਰੇ, ਉਜੜ ਸੋਈ ਥਾਉ। ਅਤ ਧਨਾੜ ਹੈ, ਅਤ ਦਾ ਅਮੀਰ ਹੈ, ਸੋਹਣੀ ਕੁਲ ਵਾਲਾ ਹੈ, ਲੇਕਿਨ ਨਾਮ ਪੱਲੇ ਨਹੀਂ। ਤੇ ਸਤਿਗੁਰੂ ਕਹਿੰਦੇ ਨੇ ਉਸ ਵਰਗਾ ਕੰਗਾਲ ਕੋਈ ਨਹੀਂ, ਉਸ ਵਰਗਾ ਗਰੀਬ ਕੋਈ ਨਹੀਂ। ਤੇ ਤੂੰ ਗਰੀਬ ਹੋ ਕੇ, ਨਿਮਾਣਾ ਹੋ ਕੇ ਹੋਏ ਨਿਮਾਣਾ ਢਹਿ ਪਵੈ, ਦਰਗਾ ਮਾਣ ਨਿਮਾਣਾ ਪਾਵੈ। ਤੂੰ ਨਿਮਾਣਾ ਹੋ ਜਾ ਦਾਤੇ ਦੇ ਦਰਬਾਰ ਵਿੱਚ। ਤੂੰ ਆਪਣੇ ਮਾਣ ਨੂੰ, ਹੰਕਾਰ ਨੂੰ ਤਿਆਗ ਦੇ। ਅਗਰ ਜਾਚਨਾ ਕਰਨੀ ਹੈ ਤੇ ਫਿਰ ਇੱਕੋ ਇੱਕ ਜਾਚਨਾ ਕਰ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਣਾਏ, ਨਾਨਕ ਕੀ ਪ੍ਰਭ ਬੇਨਤੀ। ਕਿਹੜੀ ਬੇਨਤੀ ਹੈ? ਆਪਣੀ ਭਗਤੀ ਲਾਏ। ਮੇਰੇ ਮਾਲਕਾ ਮੈਨੂੰ ਬਸ ਭਗਤੀ ਦੀ ਦਾਤ ਦੇ, ਮੈਨੂੰ ਸਿਮਰਨ ਦੀ ਦਾਤ ਦੇ, ਮੈਨੂੰ ਨਾਮ ਬਾਣੀ ਦਾ ਅਭਿਆਸ ਬਖਸ਼ਿਸ਼ ਕਰ। ਜੇ ਨਾਮ ਪੱਲੇ ਨਹੀਂ ਤੇ ਸੱਚ ਹੈ, ਨਾਮ ਬਿਨਾ ਜੋ ਪਹਿਰੈ ਖਾਏ, ਜੋ ਕੂਕਰ ਜੂਠਨ ਮੈਂ ਪਾਏ, ਨਾਮ ਬਿਨਾ ਜੇਤਾ ਬਿਵਹਾਰ, ਜਿਉ ਮਿਰਤਕ ਮਿਥਿਆ ਸ਼ਿੰਗਾਰ। ਹੁਣ ਮਿਰਤਕ ਦਾ ਸ਼ਿੰਗਾਰ ਕਿਸੇ ਕੰਮ ਨਹੀਂ ਜੇ। ਤੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਮਨੁੱਖ ਨਾਮ ਵਿਸਾਰ ਕੇ ਸ਼ਿੰਗਾਰਿਆ ਫਿਰਦਾ, ਪਦਾਰਥਾਂ ਦੇ ਅੰਬਾਰ ਉੱਤੇ ਬੈਠਾ ਹੈ, ਕਹਿੰਦੇ ਨੇ ਇੰਜ ਜਾਣੋ ਜਿਵੇਂ ਲੋਥ ਪਈ ਹੋਵੇ, ਹੋਰ ਕੁਛ ਨਹੀਂ। ਇੰਜ ਜਾਣੋ ਜਿਵੇਂ ਉਹ ਮੁਰਦਾ ਹੈ, ਉਹ ਕਾਇਆ ਹੈ, ਸਰੀਰ ਪਿਆ, ਉਸ ਦੇ ਅੰਦਰ ਜਿੰਦ ਨਹੀਂ ਹੈ। ਉਸ ਦੇ ਅੰਦਰ ਉਹ ਆਤਮਾ ਜਿਹੜੀ ਰੱਬ ਵੱਲੋਂ ਨਿਰਮਲ ਪਵਿੱਤਰ ਆਤਮਾ ਦਿੱਤੀ ਗਈ, ਉਹ ਹੈ ਕੋਈ ਨਹੀਂ।
ਤਾਂ ਗੁਰੂ ਦਾਤਾਰ ਜੀ ਨੇ ਸਾਨੂੰ ਅੱਜ ਜੁਗਤ ਬਖਸ਼ਿਸ਼ ਕੀਤੀ ਹੈ। ਔਰ ਇਹ ਮੰਗ ਦੀ ਜੁਗਤ ਬਾਣੀ 'ਚ ਬਹੁਤ ਵਾਰੀ ਹੈ। ਮੇਲ ਲਿਹੋ ਦਿਆਲ ਢਹਿ ਪਏ ਦੁਆਰਿਆ, ਰਖ ਲੇਵੋ ਦੀਨ ਦਿਆਲ ਭਰਮਤ ਬਹੁ ਹਾਰਿਆ। ਐ ਮੇਰੇ ਵਾਹਿਗੁਰੂ ਜੀ, ਮੈਨੂੰ ਗਰੀਬ ਨੂੰ ਰੱਖ ਲੈ, ਮੈਨੂੰ ਬਚਾ ਲੈ। ਰੱਖਣ ਦਾ ਭਾਵ ਹੈ ਰਾਖੀ ਕਰ, ਮੇਰੀ ਸੰਭਾਲ ਕਰ। ਤੇ ਮਨੁੱਖੀ ਜ਼ਿੰਦਗੀ ਦੀ ਸੰਭਾਲ ਨਾਮ ਦੇ ਰਾਹੀਂ ਹੈ, ਬਾਣੀ ਦੇ ਰਾਹੀਂ ਹੈ, ਰੱਬੀ ਉਸਤਤ ਦੇ ਰਾਹੀਂ ਹੈ। ਵਰਨਾ ਸਾਡੀਆਂ ਕਰਤੂਤਾਂ ਕਰਮ ਆਪਣੀ ਮਰਜ਼ੀ ਨਾਲ ਮਾੜੇ ਨੇ, ਤਾਂ ਹੀ ਅਸੀਂ ਫਿਰ ਲਿਸਟਾਂ ਲੈ ਕੇ ਮੰਗ ਕਰਦੇ ਹਾਂ, ਪੁੱਤ ਵੀ ਹੋਵੇ, ਧਨ ਵੀ ਹੋਵੇ, ਰੁਤਬੇ ਹੋਣ, ਬਹੁਤ ਜ਼ਗੀਰਦਾਰੀ ਹੋਵੇ। ਲੇਕਿਨ ਇਹ ਸਭ ਕੁਛ ਦੇ ਮਗਰ ਜਿਹੜੀ ਅਸਲ ਪੂੰਜੀ ਹੈ ਨਾਮ ਦੀ, ਉਹ ਹੋਵੇ ਨਾ ਹੋਵੇ, ਉਸ ਦੀ ਅਸੀਂ ਪਰਵਾਹ ਨਹੀਂ ਕਰਦੇ। ਤੇ ਗੁਰੂ ਬਾਬਾ ਜੀ ਨੇ ਕਹਿ ਦਿੱਤਾ ਹੈ ਕਿ ਉਸ ਸੱਚੇ ਦੀਵਾਨ ਦੇ ਅੰਦਰ, ਦਰਬਾਰ ਦੇ ਅੰਦਰ ਕੇਵਲ ਨਾਮ ਤੋਂ ਪਛਾਣ ਹੋਵੇਗੀ। ਇਸ ਕਰਕੇ ਇਸ ਹੱਦ ਤੱਕ ਆਪਣੇ ਆਪ ਨੂੰ ਨੀਵਾਂ ਕਰ ਲੈ ਕਿ ਜਿਵੇਂ ਇੱਕ ਭੁੱਖਾ ਮਨੁੱਖ ਹੈ, ਉਹ ਕੇਵਲ ਰੋਟੀ ਦੀ ਲੋੜ ਵਿੱਚ ਜ਼ਰੂਰਤ ਨੂੰ ਮੁੱਖ ਰੱਖਦਿਆਂ ਮੰਗਦਾ ਹੈ, ਤੂੰ ਵੀ ਮਾਲਕ ਕੋਲੋਂ ਨਾਮ ਮੰਗ। ਆਖਾਂ ਜੀਵਾਂ ਵਿਸਰੈ ਮਰ ਜਾਊਂ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ। ਸਾਰੇ ਪੜ੍ਹਦੇ ਆ, ਸਾਰੇ ਗਾ ਰਹੇ ਆ, ਰੋਜ਼ ਨਿਤਨੇਮ ਕਰਦੇ ਆ ਇਹਨਾਂ ਬਚਨਾਂ ਨੂੰ, ਗੁਰੂ ਕੇ ਅੰਮ੍ਰਿਤ ਵਾਕ ਨੂੰ ਪੜ੍ਹਦੇ ਆ। ਗੁਰੂ ਪਿਆਰਿਓ, ਮੁਬਾਰਕ ਹੈ ਸਾਰਿਆਂ ਦੇ ਹਿਰਦੇ ਵਿੱਚੋਂ ਨਿਕਲਣ ਇਹ ਬਚਨ। ਪਰ ਦੁੱਖ ਨਾਲ ਇਹ ਵੀ ਕਹਿਣਾ ਪੈਂਦਾ, ਸਮੇਤ ਮੇਰੇ ਆਪਾਂ ਗਾ ਰਹੇ ਹਾਂ, ਪੜ੍ਹ ਰਹੇ ਹਾਂ, ਸੁਣਾ ਰਹੇ ਹਾਂ, ਲੇਕਿਨ ਕੀ ਵਾਕਈ ਅੰਦਰ ਇਤਨੀ ਤੜਫ ਹੈ ਕਿ ਸਾਚੇ ਨਾਮ ਕੀ ਲਾਗੈ ਭੂਖ? ਜੇ ਨਾ ਭੁੱਖ ਨਾਮ ਦੀ ਲੱਗੀ ਤੇ ਇਹ ਦਿਖਾਈ ਸਮਝਣਾ ਹੋਵੇ ਨਾ ਕਿਸੇ ਗੱਲ ਨੂੰ, ਤੇ ਬੜਾ ਸਪਸ਼ਟ ਹੈ। ਦੇਖੋ, ਮੈਂ ਪਹਿਲੋਂ ਵੀ 2-3 ਵਾਰੀ ਇੱਥੇ ਇੱਕ ਅਪੀਲ ਕੀਤੀ ਹੈ। ਸਿੰਘ ਸਭਾਵਾਂ ਦੀ ਜਾਂ ਗੁਰੂ ਘਰ ਦੀ ਇੱਕ ਅੱਜ ਜਿਹੜੀ ਰੀਤ ਬਣ ਗਈ, ਔਰ ਇਹ ਕੋਈ ਝੂਠ ਵੀ ਨਹੀਂ ਹੈ ਕਿ ਇਹ ਜੋ ਪ੍ਰਤੱਖ ਬਣਿਆ, ਸੰਗਤ ਰੋਜ਼ ਵਾਲੀ ਬੈਠੀ ਹੈ, ਬੜੇ ਬੜੇ ਗੁਰਮੁਖ ਪਿਆਰੇ ਵਿੱਚ ਬੈਠੇ, ਚੰਗੇ ਪ੍ਰਚਾਰਕ ਸੂਝਵਾਨ ਲੋਕ ਬੈਠੇ ਹੈ। ਮੈਂ ਇੱਕ ਬੇਨਤੀ ਕਰਾਂ, ਗੁਰੂ ਨਾਨਕ ਸਾਹਿਬ ਦਾ ਮਿਸ਼ਨ ਸੀ ਗਿਆਨ ਦਾ ਮਿਸ਼ਨ। ਤੇ ਲੋਕ ਕਹਿੰਦੇ ਸਨ ਵੀ ਬਾਬਾ ਨਾਨਕ ਜੀ ਕੋਲ ਜਿਹੜਾ ਇੱਕ ਵਾਰੀ ਗਿਆ ਉਹ ਗੁਰੂ ਨਾਨਕ ਦਾ ਹੀ ਹੋ ਜਾਂਦਾ ਸੀ। ਜਿਹੜਾ ਗੁਰੂ ਨਾਨਕ ਦੇ ਘਰ ਵਿੱਚ ਆਇਆ ਉਹ ਗੁਰੂ ਨਾਨਕ ਸਾਹਿਬ ਦਾ ਹੋਇਆ। ਜਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਿਆ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹੀ ਹੋ ਗਿਆ। ਤੇ ਉਦੋਂ ਪ੍ਰਚਾਰ ਕਹਿੰਦੇ ਸਨ ਵੀ ਚੰਗਾ ਹੈ, ਲੋਕ ਬਾਣੀ ਸਮਝਦੇ ਨੇ। ਤੇ ਹੁਣ ਅਸੀਂ ਪ੍ਰਚਾਰ ਪਤਾ ਕੀ ਕਰਦੇ ਹਾਂ, ਸਾਨੂੰ ਲੋਕ ਦਸਤਾਰਾਂ ਨੂੰ ਜਾਣ ਗਏ, ਅਸੀਂ ਲੰਗਰ ਵਰਤਾਇਆ ਹੈ। ਜਿਹੜੀ ਸੇਵਾ ਮੁਬਾਰਕ ਹੈ, ਪਰ ਸਿੱਖਾ ਇਹ ਪ੍ਰਚਾਰ ਕੌਣ ਕਰੇਗਾ? ਮੈਂ ਇਤਨੇ ਸਿੱਖਾਂ ਨੂੰ ਜਪਜੀ ਸੁਣਾਈ, ਉਹ ਸਾਰੇ ਗੁਰੂ ਨਾਨਕ ਦੇ ਹੋ ਗਏ। ਮੈਂ ਇਤਨੇ ਸਿੱਖਾਂ ਨੂੰ ਮੱਥਾ ਟੇਕਣ ਲਿਆਇਆ, ਕੀਰਤਨੀਆਂ ਬਹੁਤ ਪਿਆਰਾ ਕੀਰਤਨ ਗਾ ਰਹੇ ਸਨ, ਉਹਨਾਂ ਨੇ ਸੁਣਿਆ, ਉਹ ਮਜਬੂਰ ਹੋ ਗਏ ਕਿ ਇਹ ਸ਼ਬਦ ਕੀ ਕਹਿੰਦੇ ਹੈ। ਜਦੋਂ ਸ਼ਬਦਾਂ ਨੂੰ ਸੁਣਿਆ, ਜਾਣਿਆ, ਉਹ ਆਖ ਕੇ ਗਏ, ਹੁਣ ਅਸੀਂ ਗੁਰੂ ਨਾਨਕ ਦੀ ਬਾਣੀ ਹੀ ਪੜ੍ਹਿਆ ਕਰਾਂਗੇ। ਇਹ ਪ੍ਰਚਾਰ ਹੈ ਸੱਚਾ, ਜਿਹੜਾ ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ੁਰੂ ਕੀਤਾ ਹੈ। ਭਾਈ ਸਾਹਿਬ ਅਨਾਉਂਸਮੈਂਟ ਕਰ ਰਹੇ ਸਨ ਨਾ, ਧੰਨ ਲਿਖਾਰੀ ਨਾਨਕਾ। ਇਹ ਤੇ ਇੱਕ ਪ੍ਰਕਰਨ ਸ਼ੁਰੂ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਨ੍ਹਾਂ ਜਿਨ੍ਹਾਂ ਮਹਾਂਪੁਰਖਾਂ ਦੀ ਬਾਣੀ ਹੈ, ਉਹਨਾਂ ਦੇ ਨਾਮ ਦੇ ਉੱਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਲੇਕਿਨ ਇਸ ਦੇ ਨਾਲ ਨਾਲ ਛੋਟੇ ਅਲੱਗ-ਅਲੱਗ ਇਲਾਕਿਆਂ ਵਿੱਚ ਸੈਮੀਨਾਰ ਹੋ ਰਹੇ ਨੇ, ਬੱਚਿਆਂ ਨੂੰ ਗੁਰਮਤਿ ਦੇਣ ਵਾਸਤੇ ਪ੍ਰਚਾਰਕ ਸੇਵਾ ਨਿਭਾ ਰਹੇ ਨੇ। ਪਰ ਇਹੀ ਪ੍ਰਚਾਰ ਗੁਰੂ ਨਾਨਕ ਨੇ ਸ਼ੁਰੂ ਕੀਤਾ ਸੀ। ਇਸ ਦਾ ਕਿਸੇ ਖਾਸ ਜਥੇਬੰਦੀ ਜਾਂ ਕਿਸੇ ਸੰਸਥਾ ਤੇ ਕਟਾਕਸ਼ ਨਹੀਂ ਮੈਂ ਕਰ ਰਿਹਾ, ਮੈਂ ਇੱਕ ਵਾਸਤਵਿਕਤਾ ਦੱਸ ਰਿਹਾ ਵੀ ਅਸੀਂ ਕੇਵਲ ਗੁਰੂ ਨਾਨਕ ਸਾਹਿਬ ਦੇ ਸੱਚੇ ਸੁੱਚੇ ਗਿਆਨ ਦੇ ਮੋਤੀਆਂ ਦੇ ਭੰਡਾਰ ਨੂੰ ਅਸੀਂ ਕਹਿੰਦੇ ਹਾਂ ਜੀ ਅਸੀਂ ਲੰਗਰ ਨਾਲ ਜਾਣੇ ਜਾਈਏ। ਗੁਰੂ ਪਿਆਰਿਓ, ਨਹੀਂ, ਲੰਗਰ ਇੱਕ ਅਲੱਗ ਪ੍ਰਥਾ ਹੈ, ਲੇਕਿਨ ਲੰਗਰ ਦੇ ਨਾਲ ਜਿਹੜੀ ਸੰਗਤ ਹੈ, ਪੰਗਤ ਔਰ ਸੰਗਤ ਦੋਨੋਂ ਇਕੱਠੀਆਂ ਨੇ ਗੁਰੂ ਨਾਨਕ ਦੇ ਘਰ। ਜਦੋਂ ਕਿਰਤ ਦੀ ਬਰਕਤ ਲੰਗਰ ਰੂਪ ਵਿੱਚ ਹੈ ਤੇ ਕੀਰਤੀ ਦੀ ਬਰਕਤ ਸੰਗਤ ਰੂਪ ਵਿੱਚ ਮਿਲੇਗੀ, ਜਿਹੜਾ ਇਸ ਤਰੀਕੇ ਜੁੜੇਗਾ ਸਾਧ ਸੰਗਤ ਜੀ, ਉਹ ਫਿਰ ਜਿਸ ਦਿਨ ਲੰਗਰ ਦਾ ਬੋਰਡ ਲੱਗਿਆ ਹੋਏਗਾ ਤਾਂ ਜੁੜੇਗਾ, ਐਸਾ ਕਦੇ ਵੀ ਨਹੀਂ ਹੋ ਸਕਦਾ। ਉਹ ਆਖੇਗਾ ਮੈਂ ਰੋਜ਼ ਗੁਰੂ ਨਾਨਕ ਨੂੰ ਮਿਲਣ ਜਾਣਾ ਹੈ, ਤੇ ਹੁਣ ਕੀ ਹੁੰਦਾ ਹੈ,
80% ਸੰਗਤ ਤੇ ਉਹ ਹੁੰਦੀ ਹੈ ਜਿਹੜੀ ਸਿੱਧੀ ਲੰਗਰ ਵਿੱਚ ਬੈਠਦੀ ਹੈ, ਲੰਗਰ ਛਕਦੀ ਹੈ ਤੇ ਉੱਥੋਂ ਹੀ ਬਾਹਰ ਨਿਕਲ ਜਾਂਦੀ ਹੈ। ਜਿਤਨੇ ਲੋਕ ਮੱਥਾ ਟੇਕਣ, ਜਿਤਨੇ ਲੰਗਰ ਛਕਣ ਆਉਂਦੇ, ਅਗਰ ਉਹ ਮੱਥਾ ਟੇਕਣ ਆ ਜਾਣ ਤੇ ਸੱਚ ਜਾਣੇ ਉਹ ਤਿਲ ਸੁੱਟਣ ਦੀ ਥਾਂ ਨਾ ਮਿਲੇ, ਕਿਉਂਕਿ ਅਸੀਂ ਲੰਗਰ ਦੀ ਮਹੱਤਤਾ ਨੂੰ ਪ੍ਰਮੁੱਖ ਅੱਗੇ ਰੱਖਿਆ। ਲੋੜਵੰਦ ਦੀ ਜ਼ਰੂਰਤ ਗੁਰੂ ਨਾਨਕ ਦਾ ਮਿਸ਼ਨ ਹੈ, ਮੁਬਾਰਕ ਹੈ। ਪਰ ਆਤਮਾ ਦੀ ਖੁਰਾਕ, ਫਿਰ ਅਸੀਂ ਕਹਿੰਦੇ ਹਾਂ ਲੋਕ ਆਉਂਦੇ ਨੇ ਲੰਗਰ ਵੀ ਛਕਦੇ ਨੇ ਪਰ ਗੁਰਸਿੱਖੀ ਨਹੀਂ, ਕਿਉਂਕਿ ਉਹਨਾਂ ਨੂੰ ਇਹ ਖੁਰਾਕ ਜਿਹੜੀ ਅੱਜ ਜ਼ਰੂਰਤ ਹੈ, ਜਿਸ ਦਾ ਜ਼ਿਕਰ ਸਾਚੇ ਨਾਮ ਕੀ ਲਾਗੈ ਭੂਖ। ਫਿਰ ਬਾਬਾ ਜੀ ਕਹਿੰਦੇ ਉਤ ਭੂਖੈ ਖਾਏ ਚਲੀਐ। ਜਦੋਂ ਅਸੀਂ ਨਾਮ ਨੂੰ ਜਪਦੇ ਹਾਂ, ਇਸ ਨੂੰ ਖਾਦੇ ਹਾਂ, ਨਾਮ ਨੂੰ, ਕੀ ਹੋਏਗਾ? ਸਾਡੇ ਦੁੱਖ ਦੂਰ ਹੋ ਜਾਂਦੇ ਨੇ। ਜਿਵੇਂ ਦੀਵਾ ਬਲੇ ਅੰਧੇਰਾ ਜਾਏ ਹੈ ਨਾ, ਤੇ ਬਾਬਾ ਨਾਨਕ ਜੀ ਨੇ ਗਿਆਨ ਦਿੱਤਾ ਸੀ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੂਕਾ ਜਮਸਿਓ ਮੇਲ। ਨਾਮ ਦਾ ਦੀਵਾ ਜਗਦਾ ਹੈ, ਉਸ ਵਿੱਚ ਦੁੱਖਾਂ ਦਾ ਤੇਲ ਬਲਦਾ ਤੇ ਉਸ ਦੇ ਦੁੱਖ ਦੂਰ ਹੁੰਦੇ ਨੇ। ਸੋ ਭੋਜਨ ਸੱਚੇ ਨਾਮ ਦਾ, ਖੁਰਾਕ ਨਾਮ ਦੀ, ਜਾਚਨਾ ਨਾਮ ਦੀ। ਔਰ ਜਿਨ੍ਹਾਂ ਨੇ ਨਾਮ ਮੰਗਿਆ ਗੁਰੂ ਪਿਆਰਿਓ, ਜਿਨ੍ਹਾਂ ਦੇ ਪੱਲੇ ਨਾਮ ਹੈ, ਤੇ ਨਰ ਗੁਣੀ ਗਹੀਰ। ਗੁਰਬਾਣੀ ਦਾ ਫੈਸਲਾ ਹੈ, ਜਿਨ ਕੇ ਹਿਰਦੈ ਤੂੰ ਬਸ ਹੈ, ਤੇ ਨਰ ਗੁਣੀ ਗਹੀਰ। ਔਰ ਇਸ ਤੋਂ ਪਹਿਲਾਂ ਕਹਿਤਾ, ਜਿਨ ਕੇ ਪੱਲੇ ਧਨ ਬਸੈ, ਤਿਨ ਕਾ ਨਾਮ ਫਕੀਰ। ਉਹਨਾਂ ਦਾ ਨਾਮ ਕੀ ਹੈ? ਫਕੀਰ ਨੇ। ਉਹ ਮੰਗਤੇ ਹੀ ਰਹਿਣਗੇ ਸਾਰੀ ਜ਼ਿੰਦਗੀ। ਲੇਕਿਨ ਜਿਹੜਾ ਗੁਰਸਿੱਖ ਹੈ, ਨਾਮ ਦਾ ਜਾਚਕ ਬਣ ਕੇ ਆਇਆ, ਉਸ ਨੂੰ ਗੁਰੂ ਬਰਕਤ ਦਿੰਦਾ। ਗੁਰੂ ਨੇ ਬਾਣੀ ਚ ਕਿਹਾ, ਨਾਨਕ ਮੰਗੈ ਨਾਮ ਹਰ, ਕਰ ਕਿਰਪਾ ਸੰਜੋਗ, ਬਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੁ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਇਹ ਚਾਓ ਜਾਗੇ ਸਾਡੇ ਅੰਦਰ। ਔਰ ਜਿਸ ਦਿਨ ਚਾਓ ਪੈਦਾ ਹੋਇਆ, ਉਸ ਦਿਨ ਖੁਰਾਕ ਨਾਮ ਦੀ ਮਿਲ ਗਈ, ਕਿਉਂਕਿ ਦਾਤੇ ਨੇ ਉਹ ਦੇਣਾ ਜਿਹੜਾ ਮੰਗ ਰਿਹਾ। ਇਸੇ ਕਰਕੇ ਸ਼੍ਰੀ ਹਰਿਕ੍ਰਿਸ਼ਨ ਤੇ ਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਨਿਰੋਗੀ ਕਾਇਆ ਚਾਹੀਦੀ ਹੈ, ਰੋਗ ਮਿਟਣਗੇ ਜੀ, ਉੱਥੇ ਚੱਲੋ। ਫਿਰ ਤੇਗ ਬਹਾਦਰ ਸਿਮਰਿਐ, ਘਰ ਨੋ ਨਿਧ ਆਵੈ ਧਾਏ। ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਨਿਧਾਨ ਦਿੰਦੇ, ਜਿੱਥੇ ਚੱਲ ਪਓ। ਗੁਰੂ ਸਭ ਜਗ੍ਹਾ ਇੱਕੋ ਹੈ, ਗੁਰੂ ਰਹਿਮਤਾਂ ਦਾ ਭੰਡਾਰ ਹੈ। ਔਰ ਜੋ ਮੰਗਦੇ ਹੋ ਮਿਲਦਾ ਵੀ ਹੈ। ਪਰ ਗੁਰੂ ਨੇ ਸਾਨੂੰ ਮੰਗਣ ਦੀ ਇੱਕ ਰੀਤ ਦਿੱਤੀ ਹੈ ਕਿ ਮੰਗ ਨਾ ਮੰਗਣ ਨੀਕਾ। ਮੰਗਣ ਵਿੱਚ ਸਿਰਮੌਰ ਮੰਗ ਹੈ ਨਾਮ ਦੀ। ਆਪਣੀ ਐਸੀ ਅੰਦਰੋਂ ਜਗਿਆਸਾ, ਐਸੀ ਬਿਰਤੀ ਪੈਦਾ ਕਰੀਏ, ਜਿਸ ਦੇ ਵਿੱਚ ਇਹ ਬਚਨ ਜੋ ਰਹਿਰਾਜ ਸਾਹਿਬ ਵਿੱਚ ਆਉਂਦੇ ਨੇ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਸੱਚੇ ਪਾਤਸ਼ਾਹ ਜੀ, ਮੈਨੂੰ ਨਾਮ ਦੇ ਦਿਓ, ਮੇਰੀ ਆਤਮਿਕ ਖੁਰਾਕ ਮਿਲੇ, ਮੇਰਾ ਮਨ ਤੇ ਤਨ ਦੋਨੋਂ ਖਿੜੇ ਰਹਿਣ। ਲੇਕਿਨ ਵਿਸ਼ਾ ਜੋ ਅੱਜ ਦੀ ਪੌੜੀ ਵਿੱਚੋਂ ਲਿਆ, ਲੋਕ ਮਾਲਕ ਕੋਲੋਂ ਲੈ ਕੇ ਨਾ ਸ਼ੁਕਰੇ ਹੋ ਜਾਂਦੇ ਨੇ, ਉਹਨਾਂ ਨੂੰ ਅਕਿਰਤ ਕਣ ਪੌੜੀ ਵਿੱਚ ਕਿਹਾ। ਹਾਲਤ ਇਹ ਹੈ, ਪੌੜੀ ਜੇ ਵੇਗੇ ਕਰਮ ਕਮਾਵੰਦਾ ਤੇ ਵੇਗੇ ਫਲ ਤੇ। ਪਾਤਸ਼ਾਹ ਕਹਿੰਦੇ ਕੋਈ ਮਨੁੱਖ ਜਿਹੜਾ ਰੱਬ ਤੋਂ ਟੁੱਟਿਆ ਹੋਇਆ, ਉਹ ਜਿਹੋ ਜਿਹੇ ਕਰਮ ਕਰਦਾ ਉਹੋ ਜਿਹੇ ਫਲ ਮਿਲਦੇ ਹੈ। ਅਕਿਰਤ ਘਣ ਦਾ ਕਿਉਂਕਿ ਵਿਸ਼ਾ ਸੀਗਾ, ਤੇ ਅਕਿਰਤ ਘਣ ਜਿਹੜਾ ਹੈ ਨਾ, ਉਹ ਜਿਹੋ ਜਿਹੇ ਕਰਮ ਕਰਦਾ ਉਹੋ ਜਿਹੇ ਉਸ ਨੂੰ ਫਲ ਮਿਲਦੇ ਨੇ। ਜਾਂ ਸਾਧ ਪੁਰਸ਼ ਜਿਹੋ ਜਿਹੇ ਕਰਮ ਕਰਦਾ ਉਸ ਨੂੰ ਉਹੋ ਜਿਹੇ ਫਲ ਮਿਲਦੇ ਨੇ। ਆਸਾ ਕੀ ਵਾਰ ਆਪਾਂ ਹੁਣੇ ਸਰਵਣ ਕੀਤੀ ਹੈ, ਇਸ ਦੇ ਵਿੱਚ ਬਚਨ ਸੀ ਹੁਣੇ ਅਖੀਰ ਵੀ ਜਿਹੜਾ ਭਾਈ ਸਾਹਿਬ ਜੀ ਉਹਨਾਂ ਨੇ ਗਾਇਆ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਰੱਬ ਇੱਕੋ ਹੀ ਹੈ, ਪਰਮੇਸ਼ਰ ਇੱਕ ਹੈ, ਲੇਕਿਨ ਜਿਨ੍ਹਾਂ ਨੇ ਬੰਦਗੀ ਕੀਤੀ ਉਹਨਾਂ ਭਗਤਾਂ ਦੀ ਉਸਨੇ ਪੈਜ ਰੱਖੀ। ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਨੇ ਆਪਣੇ ਭਗਤ ਦੀ ਪੈਜ ਰੱਖੀ ਤੇ ਹਰਨਾਖਸ ਨੂੰ ਮਾਰ ਮੁਕਾਇਆ। ਅਹੰਕਾਰ ਵਾਲੇ ਨੂੰ ਮੌਤ ਮਿਲਦੀ ਹੈ, ਨਿਮਰਤਾ ਤੇ ਬੰਦਗੀ ਵਾਲੇ ਨੂੰ ਬਰਕਤਾਂ ਮਿਲਦੀਆਂ।
ਪੌੜੀ ਦੀ ਅਖੀਰ ਵਿੱਚ ਜਿਹੜੀ ਗੱਲ ਕੀਤੀ ਨਾ ਗੁਰੂ ਨੇ, ਕਹਿੰਦੇ ਜੋ ਜੋ ਕਰਤੇ ਅਹੰਗਮੇਵ ਝੜ ਧਰਤੀ ਪੜਤੇ। ਜਿਹੜੇ ਅਹੰਕਾਰ ਵਿੱਚ ਨੇ ਉਹਨਾਂ ਨੂੰ ਜ਼ਮੀਨ ਤੇ ਰੱਬ 1 ਮਿੰਟ ਵਿੱਚ ਸੁੱਟ ਦਿੰਦਾ ਹੈ। ਅੱਜ ਦਿਨ ਹੈ, ਮੁਬਾਰਕ ਹੈ, ਹਿੰਦੂ ਵੀਰਾਂ ਦਾ ਦਿਨ ਮਨਾਇਆ ਜਾਂਦਾ ਹੈ, ਦੁਸਹਿਰਾ। ਦੇਖੋ, ਮੈਂ ਇਸ ਲਈ ਸ਼ਬਦ ਹਿੰਦੂ ਵੀਰ ਵਰਤੇ ਆ ਵੀ ਜਿਨ੍ਹਾਂ ਦੇ ਅਸੀਂ ਗੁਰਪੁਰਬ ਮਨਾਉਂਦੇ ਆ ਉਹਨਾਂ ਦੇ ਆਪਣੇ ਤਿਉਹਾਰ ਨੇ। ਸਾਨੂੰ ਰਹਿਤ ਮਰਿਆਦਾ ਦਾ ਇੱਕ ਖਰੜਾ ਦਿੱਤਾ ਗਿਆ ਅਕਾਲ ਤਖਤ ਸਾਹਿਬ ਤੋਂ, ਉਸ ਦੇ ਅੰਦਰ ਲਿਖਿਆ ਹੋਇਆ ਹੈ ਗੁਰਸਿੱਖਾ ਤੇਰੇ ਕੀ ਕੀ ਦਿਹਾੜੇ ਨੇ, ਕੀ ਕੀ ਤਿਉਹਾਰ ਨੇ। ਜਿੱਥੇ ਅੱਜ ਇੱਡੀ ਵਿਸ਼ਾਲ ਮੂਰਤੀ ਬਣਾ ਕੇ, ਕਾਇਆ ਬਣਾ ਕੇ ਇੱਕ ਪੁਤਲਾ ਬਣਾਇਆ ਜਾਂਦਾ ਹੈ ਰਾਵਣ ਦਾ, ਤੇ ਉਸ ਨੂੰ ਅੱਜ ਦੇ ਦਿਨ ਹੁਣ ਰਾਤ ਨੂੰ ਸਾੜ ਦਿੱਤਾ ਜਾਣਾ, ਉਹ ਜ਼ਮੀਨ ਤੇ ਢੇਰੀ ਹੋ ਜਾਣਾ ਹੈ। ਕਿੱਡੀ ਵਿਸ਼ਾਲ ਆਕ੍ਰਿਤੀ ਬਣਾਈ ਜਾਂਦੀ ਹੈ ਤੇ ਅੰਤ ਨੂੰ ਢੇਰੀ ਰੱਖਦੀ। ਤੇ ਬਾਬਾ ਜੀ ਨੇ ਜਿਹੜੀ ਗੱਲ ਕੀਤੀ, ਕਹਿੰਦੇ ਜੋ ਜੋ ਕਰਤੇ ਅਹੰਗਮੇਵ ਝੜ ਪਰਤੇ ਧਰਤੀ। ਝੜ ਧਰਤੀ ਪੜਤੇ, ਉਹ ਧਰਤੀ ਤੇ ਡਿੱਗ ਜਾਂਦੇ ਨੇ। ਇਹ ਹੈ ਅੱਜ ਦਾ ਵਿਸ਼ਾ। ਅਹੰਕਾਰ, ਮੋਹ, ਲੋਭ, ਅਕਿਰਤ ਘਣਤਾ ਜਿਨ੍ਹਾਂ ਦੇ ਜੀਵਨ ਵਿੱਚ ਉਹ ਕਦੇ ਤਰਦੇ ਨਹੀਂ ਹਨ। ਗੁਰੂ ਨੇ ਪਹਿਲਾਂ ਜੁਗਤ ਦਿੱਤੀ, ਨਾਮ ਮੰਗ ਵਰਨਾ ਜੋ ਜੋ ਮੰਗੇਗਾ ਮਿਲੇਗਾ ਵੀ ਤੇ ਖੁਆਰੀ ਵੀ ਹੁੰਦੀ ਜਾਏਗੀ ਤੇਰੀ। ਮਾਇਆ ਧਾਰੀ ਤੰਨਾ ਬੋਲਾ, ਸ਼ਬਦ ਨਾ ਸੁਣੀ ਬੋ ਰੋਲ ਕਚੋਲਾ। ਜਿਹੜੇ ਨਾਮ ਨਹੀਂ ਜਪਦੇ, ਨਾਮ ਨਾ ਜਪੈ ਤੇ ਆਤਮ ਘਾਤੀ। ਹੁਣ ਇਹ ਜੁਗਤ ਗੁਰੂ ਨੇ ਦਿੱਤੀ, ਜਿਹੜਾ ਫਿਰ ਵੀ ਨਾ ਮੰਨੇ ਉਹ ਤੇ ਆਤਮ ਹੱਤਿਆ ਆਪ ਹੀ ਕਰ ਰਿਹਾ ਨਾ। ਆਤਮ ਘਾਤੀ ਕੀ ਹੈ? ਆਤਮ ਘਾਣ ਕਰਨ ਵਾਲਾ, ਆਤਮ ਹੱਤਿਆ ਕਰਨ ਵਾਲਾ। ਤੁਸੀਂ ਅਹੰਕਾਰ ਦੇ ਰਸਤੇ ਪੈ ਜਾਓ, ਗੁਰੂ ਬਾਬਾ ਜੀ ਕਹਿੰਦੇ ਇਹਦੇ ਅਹੰਕਾਰ ਵਿੱਚ ਜਾ ਰਿਹਾ ਹੈ ਆਤਮ ਘਾਤੀ, ਇਸ ਨੇ ਆਪਣਾ ਆਤਮ ਘਾਣ ਕਰ ਲੈਣਾ ਹੈ। ਕਿਉਂਕਿ ਗੁਰੂ ਨੇ ਰੋਕਿਆ ਸੀ, ਅਹੰਕਾਰ ਨਾ ਕਰ, ਤੂੰ ਜਾ ਰਿਹਾ ਹੈ ਤੇ ਤੇਰੀ ਮੌਤ ਨਿਸ਼ਚਿਤ ਹੈ, ਆਤਮਕ ਮੌਤ ਨਿਸ਼ਚਿਤ ਹੈ। ਇਸ ਕਰਕੇ ਜੇ ਵੇਹ ਕਰਮ ਕਮਾਵਦਾ ਤੇ ਵੇਹ ਫਲਤੇ, ਚੱਬੇ ਤੱਤਾ ਲੋਹ ਸਾਰ ਵਿੱਚ ਸੰਘੈ ਪਲਤੇ। ਕਹਿੰਦੇ ਜੇ ਕੋਈ ਤੱਤਾ ਤੇ ਕਰੜਾ ਲੋਹਾ ਚੱਬਣ ਲੱਗ ਪਵੇ ਤੇ ਉਸਨੇ ਉਸ ਨੂੰ ਕੀ ਦੇਣਾ? ਲੋਹੇ ਨੇ ਉਸ ਦੇ ਗਲੇ ਨੂੰ ਸਾੜਨਾ ਹੈ, ਲੋਹੇ ਨੇ ਉਸ ਦੇ ਸੰਗ ਦੇ ਵਿੱਚ ਚੁਭਣਾ ਹੈ, ਉਸ ਨੂੰ ਦੁੱਖ ਦੇਣਾ ਹੈ। ਤੇ ਬੰਦਾ ਅੱਜ ਨਾਮ ਨੂੰ ਛੱਡ, ਨਾਮ ਅੰਮ੍ਰਿਤ ਨੂੰ ਛੱਡ, ਸ਼ੀਤਲ ਨਾਮ ਤੇ ਮਿੱਠੇ ਨਾਮ ਨੂੰ ਛੱਡ ਕੇ ਇਹ ਜੋ ਕੁਝ ਵੀ ਕਰ ਰਿਹਾ ਇਹ ਲੋਹਾ ਚਿੱਥਣ ਦੀ ਤੇ ਕੋਸ਼ਿਸ਼ ਹੈ। ਔਰ ਕੀ ਹੈ? ਗੁਰੂ ਨੇ ਤੇ ਕਿਹਾ ਸੀ ਕਿ ਹੋਏ ਨਿਮਾਣਾ ਢਹਿ ਪਵੈ। ਗੁਰੂ ਨੇ ਤੇ ਕਿਹਾ ਸੀ ਆਪਸ ਕੋ ਕਰ ਕਛ ਨਾ ਜਨਾਵੈ। ਪਰ ਨਾਲ ਗੁਰੂ ਬਾਬਾ ਜੀ ਨੇ ਦੁਨੀਆ ਦੀ ਹਾਲਤ ਦੇਖ ਕੇ ਕਹਿ ਦਿੱਤਾ ਕਿਸੈ ਨਾ ਬਦੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਕਹਿੰਦੇ ਕਿਸੇ ਨੂੰ ਆਪਣੇ ਬਰਾਬਰ, ਆਪਣੇ ਤੁਲ ਜਾਣਦਾ ਹੀ ਨਹੀਂ, ਅਹੰਕਾਰਿਆ ਫਿਰਦਾ ਹੈ। ਫਿਰ ਅਗਲੀ ਪੰਕਤੀ ਵਿੱਚ ਦੁਹਰਾਉਂਦੇ ਨੇ, ਘੱਤ ਗਲਾਵਾਂ ਚਾਲਿਆ ਤਿਨ ਦੂਤ ਅਮਲ ਤੇ। ਉਸ ਦੀ ਕਰਨੀ ਦੇ ਕਾਰਨ, ਬੰਦੇ ਦੇ ਮਾੜੇ ਕਰਮਾਂ ਦੇ ਕਾਰਨ, ਹਜ਼ੂਰ ਕਹਿੰਦੇ ਨੇ ਖੋਟੇ ਕਰਮ ਕਾਰਨ ਉਸ ਦੇ ਗਲੇ ਵਿੱਚ ਜਮਾਂ ਦਾ ਰੱਸਾ ਪੈਂਦਾ ਹੈ। ਗਲਾਵਾ ਕਹਿੰਦੇ ਗਲੇ ਵਿੱਚ ਪਾਇਆ ਰੱਸਾ, ਪਸ਼ੂਆਂ ਦੇ ਪਾਇਆ ਜਾਂਦਾ ਹੈ। ਕਹਿੰਦੇ ਘੱਤ ਗਲਾਵਾਂ ਚੱਲਿਆ, ਗਲ ਦਾ ਰੱਸਾ ਪਾ ਕੇ ਉਸ ਨੂੰ, ਕਿਉਂਕਿ ਉਸ ਦਾ ਸੁਭਾਅ ਜਿਹੜਾ ਹੈ ਉਹ ਹੰਕਾਰਿਆ ਸੀ ਤੇ ਮਾਲਕ ਦੀ ਕਿਰਪਾ ਰਹਿਮਤ ਦਾ ਪਾਤਰ ਨਹੀਂ ਬਣਿਆ। ਜਮਾਂ ਨੇ ਨਿਰਦਰਾਦਰੀ ਕੀਤੀ। ਕਿਸੇ ਬੰਦੇ ਨੂੰ ਪਕੜਿਆ ਜਾਂਦਾ ਹੈ, ਜੇ ਬਹੁਤਾ ਹੀ ਦੌੜਨ ਦੀ ਕੋਸ਼ਿਸ਼ ਕਰੇ ਜਾਂ ਜਿਤਨਾ ਜ਼ਿਆਦਾ ਕ੍ਰਿਮੀਨਲ ਵੱਡਾ ਹੁੰਦਾ ਹੈ ਉਸ ਦੇ ਹੱਥ ਪੈਰ ਉਸੇ ਤਰ੍ਹਾਂ ਜੂੜ ਲਏ ਜਾਂਦੇ ਨੇ। ਤੇ ਗਲੇ ਵਿੱਚ ਰੱਸਾ ਪਾਣਾ ਇੱਕ ਬਹੁਤ ਵੱਡੀ ਨਿਰਾਦਰੀ ਦਾ ਸੂਚਕ ਹੁੰਦਾ ਹੈ ਕਿ ਫਲਾਣੇ ਦੇ ਗਲੇ ਤੇ ਰੱਸਾ ਪਾ ਕੇ ਖਿੱਚਿਆ ਗਿਆ ਜੀ, ਮਤਲਬ ਸਿੱਧਾ ਵੀ ਬਹੁਤ ਬੇਪਤ ਹੋਇਆ। ਤੇ ਹਜ਼ੂਰ ਕਹਿੰਦੇ ਨੇ ਜਿਸ ਨੇ ਨਾਮ ਨਹੀਂ ਨਾ ਜਪਿਆ, ਸਿਮਰਨ ਨਹੀਂ ਕੀਤਾ, ਅਹੰਕਾਰ, ਲੋਭ, ਮੋਹ, ਵਿਕਾਰਾਂ ਵਿੱਚ ਰਿਹਾ, ਕਹਿੰਦੇ ਨੇ ਉਸ ਦੇ ਗਲੇ ਵਿੱਚ ਜਮਾਂ ਨੇ ਰੱਸਾ ਪਾ ਲੈਣਾ ਹੈ। ਤੇ ਅਮਲ ਤੇ ਭਾਵ ਸਿੱਧਾ ਹੈ, ਕਹਿੰਦੇ ਉਸ ਦੇ ਕੀਤੇ ਹੋਏ ਅਮਲਾਂ ਕਰਕੇ, ਕਰਮਾਂ ਕਰਕੇ ਉਸ ਨੂੰ ਇਹ ਸਜ਼ਾ ਭੋਗਣੀ ਪੈ ਰਹੀ ਹੈ। ਹੁਣ ਸਿੱਖ ਰੋਜ਼ ਪੜ੍ਹਦਾ, ਕਰਮੀ ਆਪੋ ਆਪਣੀ, ਜਿਨੀ ਨਾਮ ਵਿਸਾਰਿਆ ਬੋ ਕਰਮ ਕਮਾਵੇਂ ਹੋਰ। ਨਾਨਕ ਜੰਪੁਰ ਬੱਧੇ ਮਾਰੀਆਂ ਜੋ ਸੰਨੀ ਉਪਰ ਚੋਰ। ਇਹ ਬਚਨ ਗੁਰੂ ਅਮਰਦਾਸ ਸਾਹਿਬ ਦੇ ਹੈ।
ਪਾਤਸ਼ਾਹ ਕਹਿੰਦੇ ਨੇ ਵੀ ਹੇ ਨਾਨਕ, ਜਿਨ੍ਹਾਂ ਨੇ ਨਾਮ ਨੂੰ ਭੁਲਾਇਆ ਹੈ, ਰੱਬ ਨੂੰ ਵਿਸਾਰ ਕੇ ਹੋਰ ਸਾਰੇ ਕਰਮ ਕਰਦੇ ਨੇ, ਐਸੇ ਲੋਕ ਜਿਹੜੇ ਹਨ ਉਹਨਾਂ ਦੇ ਨਾਲ ਵਰਤਦਾ ਕੀ ਹੈ? ਜੰਪੁਰ ਬੱਧੇ ਮਾਰੀਆਂ ਜੋ ਸੰਨੀ ਉੱਪਰ ਚੋਰ। ਸੰਨੀ, ਹੁਣ ਜਿਹੜੇ ਬਜ਼ੁਰਗ ਬਾਹਰ ਬੈਠੇ ਹੋ ਉਹਨਾਂ ਨੂੰ ਤੇ ਪਤਾ ਹੋਏਗਾ ਸੰਨ ਕੀ ਹੁੰਦੀ ਸੀ। ਹੁਣ ਤੇ ਸੰਨਾਂ ਨਹੀਂ ਲੱਗਦੀਆਂ, ਹੁਣ ਤੇ ਪਿੰਡਾਂ 'ਚ ਵੀ ਨਹੀਂ ਲੱਗਦੀਆਂ, ਸ਼ਹਿਰ ਦੇ ਵਿੱਚ ਤੇ ਖੈਰ ਬਿਲਕੁਲ ਜਗ੍ਹਾ ਹੀ ਨਹੀਂ। ਸੰਨ ਹੁੰਦੀ ਸੀ ਕੰਧ ਪਾੜ ਕੇ ਚੋਰੀ ਕਰਨਾ। ਹੁਣ ਤੇ ਕੰਧ ਦੇ ਨਾਲ ਕੰਧ ਜੁੜੀ ਹੈ, ਘਰ ਇੱਕ ਦੂਜੇ ਨਾਲ ਜੁੜੇ ਨੇ, ਉੱਥੋਂ ਤੇ ਲੰਘਣਾ ਹੀ ਮੁਸ਼ਕਲ ਹੈ, ਤੇ ਸੰਨ ਲਾਉਣੀ ਕਿਹੜੀ ਸੌਖੀ ਗੱਲ ਹੈ। ਪਹਿਲਾਂ ਹੁੰਦਾ ਸੀ ਜਾਂ ਸਾਈਡ ਤੋਂ ਕੰਧ ਪਾੜ ਲੈਣੀ ਜਾਂ ਉੱਪਰੋਂ ਛੱਤਾਂ ਤੋਂ ਲੋਕ ਵੜਦੇ ਸਨ। ਕੱਚੇ ਘਰ ਹੁੰਦੇ ਸੀ, ਬਾਲੇ ਪਏ ਹੁੰਦੇ ਸਨ, ਉੱਤੇ ਸਿੱਲੀਆਂ ਪੱਥਰ ਦੀਆਂ ਪਾਈਆਂ ਹੁੰਦੀਆਂ ਸੀ, ਉਸ ਨੂੰ ਹਟਾ ਕੇ ਤੇ ਚੋਰ ਅੰਦਰ ਦਾਖਲ ਹੁੰਦੇ ਸੀ, ਉੱਥੋਂ ਹੀ ਸਮਾਨ ਕੱਢ ਕੇ ਦੌੜ ਜਾਂਦੇ ਸੀ। ਉਹਨੂੰ ਕਹਿੰਦੇ ਸੀ ਸੰਨ ਲਾਉਣੀ। ਗੁਰਦੁਆਰਾ ਸੰਨ ਸਾਹਿਬ ਵੀ ਦੇਖਦੇ ਆ ਨਾ ਆਪਾਂ, ਉੱਥੇ ਵੀ ਉਹ ਕੰਧ ਪਾੜੀ ਹੋਈ ਜਗ੍ਹਾ ਹੈ। ਹੁਣ ਅੱਜ ਦੇ ਬੱਚੇ ਨੂੰ ਪੁੱਛੋ ਵੀ ਸੰਨ ਕੀ ਹੁੰਦੀ ਹੈ, ਨਹੀਂ ਪਤਾ। ਤੇ ਹਜ਼ੂਰ ਕਹਿੰਦੇ ਨੇ ਜਿਵੇਂ ਰੰਗੇ ਹੱਥੀ ਚੋਰੀ ਕਰਕੇ ਬਾਹਰ ਨਿਕਲਦੇ ਚੋਰ ਨੂੰ ਸੰਨ ਵਿੱਚੋਂ ਪਕੜ ਲਿਆ ਗਿਆ, ਅੰਦਰ ਵੜਿਆ, ਬਾਹਰ ਨਿਕਲਦੇ ਨੂੰ ਸੰਨੀ ਲਾ ਕੇ ਸੰਨ ਲਾਉਂਦੇ ਚੋਰ ਨੂੰ ਪਕੜ ਲਿਆ ਜਾਵੇ, ਫਿਰ ਜੋ ਉਸ ਦੇ ਨਾਲ ਦੁਰਗਤ ਹੁੰਦੀ ਹੈ ਇਹ ਉਹੀ ਜਾਣਦਾ ਹੈ। ਤੇ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਨੇ ਭਲਿਓ, ਜੇ ਰੱਬ ਦਾ ਨਾਮ ਵਿਸਾਰ ਦਿੱਤਾ, ਜੇ ਵਾਹਿਗੁਰੂ ਨੂੰ ਵਿਸਾਰ ਕੇ ਹੰਕਾਰ ਦੇ ਵਸ ਪੈ ਗਏ, ਤੇ ਹਾਲਤ ਰੱਬ ਦੇ ਦਰਬਾਰੇ ਜਮਾ ਨੇ ਇਹ ਕਰਨੀ ਹੈ ਜਿਵੇਂ ਸੰਨ ਲਾਉਂਦੇ ਚੋਰ ਦੇ ਨਾਲ ਬੀਤਦੀ ਹੈ। ਸੰਨੀ ਉੱਪਰ ਚੋਰ, ਜੰਪੁਰ ਬੱਧੇ ਮਾਰੀਆਂ, ਤੇਰੇ ਨਾਲ ਜੰਪੁਰੀ ਝੋਣਾ ਹੈ। ਫਿਰ ਅੱਗੇ ਬਖਸ਼ਿਸ਼ ਕਰਦੇ ਨੇ, ਕਾਈ ਆਸ ਨ ਪੁੰਨੀਆਂ ਨਿਤ ਪਰ ਮਲ ਹਿਰਤੇ। ਔਰ ਉਸ ਮਨੁੱਖ ਦੀ ਕੋਈ ਵੀ ਆਸ, ਕੋਈ ਵੀ ਮੰਗ ਪੂਰੀ ਨਹੀਂ ਹੋ ਪਾਉਂਦੀ, ਕਿਉਂਕਿ ਉਹ ਸਾਰੀ ਜ਼ਿੰਦਗੀ ਪਰਾਈ ਮੈਲ ਨੂੰ ਹੀ ਇਕੱਠੀ ਕਰੀ ਜਾਂਦਾ ਹੈ। ਪਰ ਮਲ ਹਿਰਤੇ, ਲੋਕਾਂ ਦੀ ਮੈਲ ਨੂੰ ਆਪਣੇ ਸਿਰ ਚੁੱਕੀ ਜਾਂਦਾ ਹੈ। ਤੇ ਦੂਜਿਆਂ ਦੀ ਮੈਲ ਆਪਣੇ ਸਿਰ ਕਿਵੇਂ ਆਉਂਦੀ ਹੈ? ਉਹ ਇੱਕ ਕਰਮ ਹੈ ਨਿੰਦਾ ਦਾ। ਜਿਹੜੇ ਲੋਕ ਕਿਸੇ ਦੀ ਨਿੰਦਾ ਕਰਦੇ ਨੇ, ਬਖੀਲੀ ਕਰਦੇ ਨੇ, ਉਹ ਸਮਝੋ ਦੂਸਰੇ ਦੀ ਮੈਲ ਧੋਂਦੇ ਆ। ਬਾਬਾ ਕਬੀਰ ਸਾਹਿਬ ਨੇ ਕਿਹਾ, ਨਿੰਦਕ ਹਮਰੇ ਕੱਪੜੇ ਧੋਏ। ਜਿਹੜਾ ਨਿੰਦਕ ਹੈ ਉਹ ਸਾਡੇ ਕੱਪੜੇ ਧੋ ਰਿਹਾ, ਸਾਡੀ ਮੈਲ ਧੋ ਰਿਹਾ। ਨਿੰਦਾ ਕਰੇ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ। ਕਹਿੰਦੇ ਮੈਂ ਤੇ ਚਾਹੁੰਦਾ ਵੀ ਲੋਕ ਮੇਰੀ ਨਿੰਦਾ ਕਰਨ, ਕਿਉਂਕਿ ਉਹ ਜਿਤਨੀ ਨਿੰਦਾ ਕਰਦੇ ਆ ਮੈਂ ਆਪਣੇ ਆਪ ਨੂੰ ਚੰਗਾ ਬਣਾਵਾਂਗਾ ਤੇ ਉਹ ਮੇਰੀ ਮੈਲ ਨੂੰ ਧੋ ਦੇਗਾ। ਇਸੇ ਕਰਕੇ ਬਾਬਾ ਜੀ ਨੇ ਕਿਹਾ, ਨਿੰਦਾ ਭਲੀ ਕਿਸੈ ਕੀ ਨਹੀਂ, ਮਨਮੁਖ ਮੁਗਧ ਕਰਨ। ਭਲੇ ਉਹ ਨਿੰਦਾ ਕਿਸੇ ਦੀ ਵੀ ਕਰਨੀ ਚੰਗੀ ਨਹੀਂ ਹੁੰਦੀ। ਇੱਥੇ ਇੱਕ ਛੋਟੀ ਜੀ ਬੇਨਤੀ ਕਰਾਂਗਾ, ਅਸੀਂ ਨਾ ਸਟੇਜਾਂ ਦੇ ਉੱਤੇ ਧਰਮ ਦਾ ਪ੍ਰਚਾਰ ਕਰਨਾ, ਸ਼ਬਦ ਦੇ ਅਰਥ ਕਰਨੇ, ਪਰ ਜਦੋਂ ਅਸੀਂ ਨਾ ਧਾਰਮਿਕ ਸਟੇਜਾਂ ਦੇ ਉੱਤੇ ਬਹਿ ਕੇ ਇੱਕ ਦੂਜੇ ਅਦਾਰਿਆਂ ਤੇ ਇੱਕ ਦੂਜੇ ਜਥੇਬੰਦੀਆਂ ਦੇ ਉੱਤੇ ਦੂਸ਼ਣ ਲਾਉਂਦੇ ਆ, ਤੇ ਲੋਕਾਂ ਨੂੰ ਮੈਂ ਹੁਣ ਆਖਾਂ ਆਪ ਜੀ ਨੂੰ ਵੀ ਨਿੰਦਾ ਨਾ ਕਰੋ, ਤੇ ਮੈਂ ਇੱਥੇ ਨਿੰਦਾ ਕਰਾਂ ਵੀ ਉਹ ਅਦਾਰਾ ਮਾੜਾ, ਉਹ ਅਦਾਰਾ ਚੰਗਾ, ਉਹ ਲੋਕ ਚੰਗੇ, ਉਹ ਲੋਕ ਮਾੜੇ। ਇਹ ਤੇ ਗੁਰੂ ਦੀ ਵਿਚਾਰਧਾਰਾ ਹੈ ਭਾਈ, ਗੁਰ ਸ਼ਬਦ ਦੇ ਅਰਥ ਨੇ, ਗੁਰੂ ਕੀ ਵਿਚਾਰ ਹੈ, ਇਸ ਦੇ ਅਨੁਸਾਰ ਹੀ ਤੁਸੀਂ ਚੱਲੋ। ਸੰਗਤ ਬਹੁਤ ਸਿਆਣੀ ਹੈ, ਉਹਨਾਂ ਨੂੰ ਪਤਾ ਵੀ ਚੰਗਾ ਕੀ ਹੈ ਤੇ ਮੰਦਾ ਕੀ ਹੈ, ਸਭ ਜਾਣਦੇ ਨੇ। ਲੇਕਿਨ ਅਸੀਂ ਜਦੋਂ ਸਾਨੂੰ ਕੋਈ ਬਿਠਾ ਲਵੇ ਸਟੇਜ ਤੇ, ਫਿਰ ਅਸੀਂ ਸੋਚਦੇ ਹਾਂ ਕਿ ਹੁਣ ਕਾਬੂ ਆਇਆ, ਜੋ ਮਰਜ਼ੀ ਮੈਂ ਬੋਲਣਾ। ਨਹੀਂ ਪਿਆਰਿਓ, ਇੱਕ ਗੁਰੂ ਘਰ ਦਾ ਕੂਕਰ ਸੇਵਕ ਹੋਣ ਦੇ ਨਾਤੇ ਸੰਗਤ ਕਿਉਂਕਿ ਬਾਰ-ਬਾਰ ਆਉਂਦੀ ਹੈ, ਸੰਗਤ ਦੇ ਹਿਰਦੇ ਵੀ ਵਲੂੰਦਰੇ ਜਾਂਦੇ ਨੇ। ਕੋਈ ਪਤਾ ਨਹੀਂ ਇਸ ਵਿੱਚ ਕਿਹੜਾ ਕਿਸ ਜਥੇਬੰਦੀ ਦਾ ਬੈਠਾ ਹੋਵੇ। ਜਥੇਬੰਦੀ ਦੀ ਵਿਚਾਰਧਾਰਾ ਇੱਕ ਫਿਰਕੇ ਲਈ ਹੁੰਦੀ ਹੈ, ਗੁਰੂ ਗ੍ਰੰਥ ਦੀ ਵਿਚਾਰਧਾਰਾ ਜਹਾਨ ਲਈ ਹੁੰਦੀ ਹੈ। ਆਪਾਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਨੂੰ ਆਧਾਰ ਬਣਾਉਣਾ ਹੈ। ਬਾਬਾ ਜੀ ਨਾਮ ਦੀ ਗੱਲ ਕਰਦੇ, ਬਾਬਾ ਜੀ ਆਪ ਹੀ ਅਕਿਰਤ ਘਣਾ ਦੀ ਗੱਲ ਕਰ ਰਹੇ, ਸਾਨੂੰ ਕੀ ਲੋੜ ਹੈ ਕਹਿਣ ਦੀ ਕਿਸੇ ਨੂੰ। ਨਾਮ ਜਪਣ ਵਾਲੇ ਦੀ ਸ਼ੋਭਾ ਹੈ, ਨਾਮ ਨਾ ਜਪਣ ਵਾਲੇ ਦੀ ਗੁਰੂ ਨੇ ਆਪ ਹੀ ਤੇ ਹਾਲਤ ਦ੍ਰਿੜਾ ਦਿੱਤੀ ਵੀ ਉਹ ਜੁੱਤੀਆਂ ਖਾਂਦਾ ਹੈ, ਮਾਰ ਖਾਂਦਾ ਹੈ। ਤੇ ਫਿਰ ਅਗਰ ਅਸੀਂ ਗੱਲ ਕਰੀਏ, ਨਾ ਜੀ ਨਾ, ਉਹ ਜਥੇਬੰਦੀ ਦੇ ਬੰਦੇ ਤੇ ਨਾਮ ਹੀ ਨਹੀਂ ਜਪਦੇ, ਉਹ ਤੇ ਪਾਠ ਹੀ ਨਹੀਂ ਕਰਦੇ, ਮੈਂ ਸਮਝਦਾ ਇਹ ਬਹੁਤ ਮਾੜੀ ਗੱਲ ਹੈ। ਆਪਾਂ ਸਮੇਂ ਦੀ ਵਰਤੋਂ ਨਾਮ ਜਪਣ, ਜਪਾਨ ਬਾਣੀ ਪੜ੍ਹਨ ਸਮਝਣ 'ਚ ਕਰੀਏ।
ਗੁਰੂ ਨੇ ਇੱਥੇ ਬੜੀ ਸਪਸ਼ਟ ਗੱਲ ਕੀਤੀ। ਦੇਖੋ ਅੱਗੇ ਕਹਿੰਦੇ ਕੀਆ ਨਾ ਜਾਣੇ ਅਕਿਰਤ ਘਣ ਵਿੱਚ ਜੋਨੀ ਫਿਰਤੇ। ਉਹ ਜਿਹੜੇ ਅਕਿਰਤ ਘਣ ਲੋਕ ਨੇ ਉਹ ਰੱਬ ਦਾ, ਗੁਰੂ ਦਾ, ਪਰਮੇਸ਼ਰ ਦਾ ਕੀਤਾ ਜਾਣਦੇ ਹੀ ਨਹੀਂ। ਹੁਣ ਅਕਿਰਤ ਘਣ ਸ਼ਬਦ ਦੇਖਣ ਪੜਨ ਨੂੰ ਤੇ ਬਹੁਤ ਛੋਟਾ ਜਿਹਾ, ਅਕਿਰਤ ਘਣ ਕਹਿਤਾ। ਜਦੋਂ ਅਕਿਰਤ ਘਣ ਨੂੰ ਵਿਸਥਾਰ ਵਿੱਚ ਸਮਝਾਂਗੇ ਤੇ ਸਾਧ ਸੰਗਤ ਜੀ ਬੜਾ ਇਸ ਅੱਖਰ ਦਾ ਰੂਪ ਹੈ ਉਹ ਬਹੁਤ ਭਿਆਨਕ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇੱਕ ਗੱਲ ਕਹਿ ਕੇ ਮੈਂ ਅਗਲੀ ਵਿਚਾਰ ਨਾਲ ਜੋੜਾਂ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਅਕਿਰਤ ਘਣ ਕਿੰਨਾ ਮਾੜਾ ਹੁੰਦਾ ਹੈ। ਭਾਈ ਸਾਹਿਬ ਕਹਿੰਦੇ ਨੇ ਮਦ ਵਿੱਚ ਰਿੱਧਾ ਪਾਏ ਕੈ ਕੁੱਤੇ ਦਾ ਮਾਸ। ਮਦ ਵਿੱਚ ਰਿੱਧਾ ਪਾਏ ਕੈ ਕੁੱਤੇ ਦਾ ਮਾਸ, ਧਰਿਆ ਮਾਨਸ ਖੋਪੜੀ ਤਿਸ ਮੰਦੀ ਬਾਸ। ਰੱਤੂ ਭਰਿਆ ਕਪੜਾ ਕੜਕੱਜਣ ਤਾਸ, ਢਕ ਲੈ ਚੱਲੀ ਚੂਹੜੀ ਕਰ ਭੋਗ ਬਿਲਾਸ। ਆਖ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ, ਨਦਨੀ ਪਵੈ ਅਕਿਰਤ ਘਣ ਮਤ ਹੋਏ ਬਿਨਾਸ। ਹੁਣ ਇਸ ਨੂੰ ਸਮਝ ਲਈਏ ਥੋੜਾ ਜਿਹਾ। ਮਦ ਕਹਿੰਦੇ ਨੇ ਸ਼ਰਾਬ ਨੂੰ, ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਵੀ ਕਿਸੇ ਨੇ ਕਿਸੇ ਬੀਬੀ ਨਾਲ ਉਹਨਾਂ ਦੀ ਵਾਰਤਾ ਹੋ ਰਹੀ ਹੈ ਤੇ ਕਹਿੰਦੇ ਉਸ ਨੇ ਸ਼ਰਾਬ ਦੇ ਵਿੱਚ ਕੁੱਤੇ ਦਾ ਮਾਸ ਰਿੰਨਿਆ ਹੋਇਆ ਹੈ। ਹੁਣ ਤੁਸੀਂ ਦੇਖਣਾ ਕਦੇ ਵੀ ਕੁੱਤੇ ਦਾ ਮਾਸ ਕੋਈ ਜਾਨਵਰ ਨਹੀਂ ਖਾਂਦਾ, ਉਹ ਸੜ ਕੇ ਕੀੜੇ ਪੈ ਕੇ ਮਰ ਜਾਂਦਾ ਹੈ ਤੇ ਖਤਮ ਹੋ ਜਾਂਦਾ ਹੈ। ਲੇਕਿਨ ਇੱਕ ਉਦਾਹਰਣ ਦੇ ਰਹੇ ਨੇ, ਕਹਿੰਦੇ ਅਕਿਰਤ ਘਣ ਕਿਤਨਾ ਮਾੜਾ ਹੈ ਕਿ ਕੁੱਤੇ ਦਾ ਜਿਹੜਾ ਨਾ ਵਰਤਿਆ ਜਾਣ ਵਾਲਾ ਮਾਸ ਹੈ ਉਹ ਵੀ ਸ਼ਰਾਬ ਵਿੱਚ ਰਿੰਨਿਆ ਹੈ। ਬੰਦੇ ਦੀ ਖੋਪੜੀ ਕੰਕਾਲ ਦੇ ਵਿੱਚ ਉਸ ਨੂੰ ਧਰਿਆ ਹੋਇਆ ਹੈ, ਗੰਦੀ ਉਸ ਦੇ ਵਿੱਚੋਂ ਬਦਬੂ ਆ ਰਹੀ ਹੈ, ਬਹੁਤ ਮਾੜੀ ਬੋ ਹੈ, ਬਹੁਤ ਮਾੜੀ। ਤੇ ਉਸ ਦੇ ਉੱਤੇ ਖੂਨ ਦਾ ਲਿਬੜਿਆ ਕਪੜਾ ਰੱਖਿਆ ਹੋਇਆ ਹੈ ਤੇ ਲੈ ਕੇ ਕੌਣ ਚੱਲੀ ਹੈ? ਇੱਕ ਮੰਦੇ ਕਰਮ ਕਰਨ ਵਾਲੀ। ਢਕ ਲੈ ਚੱਲੀ ਚੂੜੀ ਕਰ ਭੋਗ ਬਿਲਾਸ। ਤੇ ਜਦੋਂ ਉਸ ਨੇ ਦੇਖਿਆ ਵੀ ਭਾਈ ਸਾਹਿਬ ਕਹਿੰਦੇ ਮੈਂ ਉਸ ਨੂੰ ਨੇੜੇ ਆਂਦੀ ਨੂੰ ਤੱਕਿਆ ਤੇ ਪੁੱਛਿਆ ਵੀ ਬੀਬੀ ਏਡੀ ਗੰਦੀ ਬਦਬੂ, ਇਹ ਬੰਦੇ ਦੀ ਖੋਪੜੀ ਦਾ ਤੂੰ ਭਾਂਡਾ ਬਣਾਇਆ ਹੋਇਆ ਹੈ, ਇਸ ਵਿੱਚ ਰੱਖਿਆ ਕੀ ਹੈ? ਤੇ ਉਸ ਨੇ ਸਾਰਾ ਦੱਸਿਆ ਵੀ ਇਸ ਵਿੱਚ ਇਹ ਚੀਜ਼ਾਂ ਹਨ, ਇਹ ਗੰਦਾ ਹੈ। ਕਹਿੰਦੇ ਫਿਰ ਉੱਪਰੋਂ ਕੱਜਿਆ ਹੋਇਆ ਕਿਉਂ ਹੈ? ਆਖ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ। ਕੋਈ ਕੀਮਤੀ ਚੀਜ਼ ਹੋਵੇ, ਕੋਈ ਚੰਗੀ ਚੀਜ਼ ਹੋਵੇ, ਕੱਜੀ ਹੋਵੇ ਤੇ ਚੱਲ ਜੱਚਦੀ ਹੈ ਗੱਲ। ਇਹ ਗੰਦੀ ਹੱਡੀ ਗੰਦਗੀ ਉਸ ਵਿੱਚ ਭਰੀ ਪਈ ਹੈ, ਬਦਬੂ ਗੰਦੀ, ਤੇਰਾ ਜੀਵਨ ਕਿਰਦਾਰ ਮਾੜਾ, ਇਹ ਉੱਤੇ ਖੂਨ ਦਾ ਲਿਬੜਿਆ ਕਪੜਾ ਰੱਖਿਆ ਹੈ, ਇਹ ਕਿਉਂ? ਤੇ ਆਖਦੀ ਹੈ ਇਸ ਕਰਕੇ ਕਿਸੇ ਅਕਿਰਤ ਘਣ ਦੀ ਨਜ਼ਰ ਨਾ ਪੈ ਜਾਏ। ਜੇ ਅਕਿਰਤ ਘਣ ਦੀ ਨਜ਼ਰ ਪੈ ਗਈ ਇਹ ਹੋਰ ਮਾੜਾ ਹੋ ਜਾਣਾ ਹੈ। ਸਾਧ ਸੰਗਤ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਅਕਿਰਤ ਘਣ ਕੌਣ ਹੈ? ਜਿਹੜਾ ਦਾਤੇ ਦਾ ਸ਼ੁਕਰਾਨਾ ਨਹੀਂ ਕਰਦਾ। ਅਕਿਰਤ ਘਣ ਥੈਂਕਸਲੈਸ ਜਿਹੜਾ ਬੰਦਾ ਹੈ, ਅਕਿਰਤ ਘਣ ਦਾ ਅੰਗਰੇਜ਼ੀ ਥੈਂਕਸਲੈਸ ਮਤਲਬ ਹੈ। ਅਸੀਂ ਛੋਟੀ ਛੋਟੀ ਚੀਜ਼ ਬੱਚੇ ਨੂੰ ਸਿਖਾਉਂਦੇ ਹਾਂ, ਪੁੱਤਰ ਅੰਕਲ ਨੇ ਚੋਕਲੇਟ ਦਿੱਤੀ ਹੈ ਥੈਂਕਸ ਬੋਲ। ਤੇ ਕਦੇ ਗੁਰੂ ਗ੍ਰੰਥ ਸਾਹਿਬ ਕੋਲ ਆ ਕੇ ਕਿਹਾ ਵੀ ਸਰੀਰ ਦਾਤੇ ਨੇ ਦਿੱਤਾ, ਵਾਹਿਗੁਰੂ ਦਾ ਸ਼ੁਕਰ ਕਰ। ਕਦੇ ਕਿਹਾ ਜਿਹੜੇ ਪੈਰਾਂ ਨਾਲ ਸਕੂਲ ਜਾਣਾ, ਜਿਹੜੇ ਹੱਥਾਂ ਨਾਲ ਪੜ੍ਹਾਈ ਕਰਦਾ ਹੈ, ਜਿਹੜੇ ਹੱਥਾਂ ਨਾਲ ਖਾ ਰਹੇ ਹੈ, ਜਾਂ ਜਿਸ ਦੀ ਕਿਰਪਾ ਨਾਲ ਬਾਪੂ ਕਮਾ ਕੇ ਲਿਆਂਦਾ ਹੈ ਤੇ ਸਾਨੂੰ ਖਵਾ ਰਿਹਾ, ਸਭ ਕੁਝ ਬਣ ਰਿਹਾ ਹੈ, ਸਾਡਾ ਘਰ ਚੱਲਦਾ ਹੈ। ਕਿਉਂਕਿ ਬੱਚੇ ਨੂੰ ਤੇ ਉਸੇ ਲੈਵਲ ਤੇ ਸਮਝਾਵਾਂਗੇ ਨਾ ਜਿਵੇਂ ਗੁਰੂ ਬਾਪੂ ਨੇ ਸਾਨੂੰ ਸਮਝਾਇਆ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੀ। ਕਦੇ ਸ਼ੁਕਰਾਨਾ ਕਰ, ਥੈਂਕਸ ਕਰਿਆ ਕਰ। ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸ਼ਾਬਾਸ਼। ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ। ਤੇ ਜਿਹੜਾ ਥੈਂਕਸ ਨਹੀਂ ਕਰਦਾ ਉਹ ਅਕਿਰਤ ਘਣ ਹੈ। ਤੇ ਮਾਲਕ ਦਾ ਸੁਭਾਅ ਹੋਰ ਦੇਖਿਓ, ਰੱਬ ਪਤਾ ਕਿੰਨਾ ਦਿਆਲੂ ਹੈ, ਗੁਰੂ ਪਾਤਸ਼ਾਹ ਕਿੰਨੇ ਦਿਆਲੂ ਨੇ। ਅਕਿਰਤ ਘਣਾਂ ਨੂੰ ਪਾਲਦਾ, ਇਹ ਅਕਿਰਤ ਘਣਾਂ ਨੂੰ ਵੀ ਪਾਲੀ ਜਾਂਦਾ ਹੈ। ਇਹ ਵਿਚਾਰਦਾ ਨਹੀਂ ਹੈ ਦਾਤਾਂ ਦੇਣ ਲੱਗਿਆ, ਇਹ ਹੱਥ ਨਹੀਂ ਰੋਕਦਾ। ਬੰਦਾ ਤੇ ਰੋਕ ਲੈਂਦਾ ਨਾ, ਤੂੰ ਮੈਨੂੰ ਵੋਟ ਨਹੀਂ ਪਾਈ, ਮੈਂ ਤੈਨੂੰ ਨਹੀਂ ਜਾਣਦਾ, ਤੇਰੇ ਤੋਂ ਮੈਨੂੰ ਕਿਆ ਲਾਭ ਹੈ, ਤੂੰ ਮੈਨੂੰ ਮਾਇਆ ਨਹੀਂ ਦਿੱਤੀ। ਅਸੀਂ ਠੁਕਰਾਨੇ ਆ ਲੋਕਾਂ ਨੂੰ। ਲੇਕਿਨ ਅਕਾਲ ਪੁਰਖ ਵਾਹਿਗੁਰੂ ਕਦੇ ਨਹੀਂ ਕਹਿੰਦਾ ਤੂੰ ਨਾਮ ਜਪਿਆ ਨਹੀਂ ਜਪਿਆ। ਉਸਨੇ ਸੂਰਜ ਦੀ ਰੋਸ਼ਨੀ ਵੀ ਦੇਣੀ, ਉਸਨੇ ਹਵਾ ਪਾਣੀ ਸਭ ਦੇਣਾ, ਉਸਨੇ ਸਾਹ ਵੀ ਦਿੱਤੇ ਹੈ। ਤੇ ਇਸ ਕਰਕੇ ਗੁਰਦੇਵ ਕਹਿੰਦੇ ਨੇ ਪਿਆਰਿਓ, ਕੀਆ ਨਾ ਜਾਣੇ ਅਕਿਰਤ ਘਣ ਵਿੱਚ ਜੋਨੀ ਫਿਰਤੇ।
ਉਹ ਜਿਹੜਾ ਸ਼ੁਕਰਾਨਾ ਨਹੀਂ ਕਰਦਾ ਉਹ ਜੂਨਾਂ ਵਿੱਚ ਭਟਕਦਾ ਹੈ। ਕਿਸੇ ਸਿਆਣੇ ਨੂੰ ਪੁੱਛਣ ਦੀ ਲੋੜ ਨਹੀਂ, ਕਿਸੇ ਨੂੰ ਹੱਥ ਦਿਖਾਉਣ ਦੀ ਲੋੜ ਨਹੀਂ, ਕਿਸੇ ਥਾਂ ਬਾਬੇ ਕੋਲ ਜਾ ਕੇ ਮੱਥੇ ਰਗੜਨ ਦੀ ਲੋੜ ਨਹੀਂ। ਗੁਰੂ ਨੇ ਆਪ ਕਹਿਤਾ, ਜੇ ਜੂਨਾਂ ਤੋਂ ਬਚਣਾ ਚਾਹੁੰਦਾ ਹੈ ਤੇ ਬੰਦਗੀ ਕਰਿਆ ਕਰ, ਜੇ ਅਕਿਰਤ ਕਹਾਣਾ ਹੈ ਤੇ ਫਿਰ ਕੋਈ ਨਹੀਂ ਜੇ ਬਚਾ ਸਕਦਾ, ਫਿਰ ਜੂਨਾਂ 'ਚ ਹੀ ਰਹੇਗਾ। ਫਿਰ ਆਵਨ ਜਾਣ ਇੱਕ ਖੇਲ ਬਣਾਇਆ ਹੀ ਰਹਿਣਾ ਤੇਰਾ, ਫਿਰ ਜਨਮ ਮਰਨ ਮਿਟਣਾ ਕੋਈ ਨਹੀਂ। ਅੱਗੇ ਗੁਰੂਦੇਵ ਫਿਰ ਕਹਿੰਦੇ ਹਨ, ਸਭੇ ਧਿਰਾਂ ਨਿਖੁੱਟੀਅਸ ਹਿਰ ਲਈਅਸ ਧਰਤੇ। ਪਾਤਸ਼ਾਹ ਕਹਿੰਦੇ ਫਿਰ ਸਾਰੀਆਂ ਧਿਰਾਂ, ਭਾਵ ਜਦੋਂ ਸਾਰੇ ਦਾ ਪੇਚ ਤਾਣ ਮੁੱਕ ਜਾਂਦੇ ਨੇ ਨਾ ਬੰਦੇ ਦੇ, ਸਾਰੇ ਜਿਤਨੀ ਸਿਆਣਪ ਵਰਤ ਲਈ, ਜਿਤਨੀ ਚਤੁਰਾਈ ਵਰਤ ਲਈ, ਜਿਤਨੀ ਅਮੀਰੀ ਪੈਸੇ ਦੀ ਉਹ ਵੀ ਵਰਤ ਲਈ, ਅਖੀਰ ਕੀ ਹੁੰਦਾ ਹੈ? ਬਾਬਾ ਜੀ ਕਹਿੰਦੇ ਨੇ ਜਦੋਂ ਰੱਬ ਆਪਣੀ ਨਜ਼ਰ ਕਰਦਾ ਨਾ ਤੇਰੇ ਵੱਲ ਤੇ ਤੇਰੇ ਕਰਮ ਦੇਖਦਾ ਬੰਦੇ, ਫਿਰ ਕੀ ਕਰਦਾ? ਉਸ ਨੂੰ ਧਰਤੀ ਤੋਂ ਚੁੱਕ ਲੈਂਦਾ ਹੈ। ਤੇ ਚੁੱਕਣ ਪਿੱਛੇ ਕਾਰਨ ਕੀ ਹੈ? ਦੇਖੋ ਦੁਨੀਆ ਵੀ ਬੜੇ ਫੈਸਲੇ ਦਿੰਦੀ ਹੈ। ਦੁਨੀਆ ਕਿਸੇ ਕੋਈ ਬੰਦਾ ਬਹੁਤ ਮਾੜਾ ਹੋਵੇ ਤੇ ਉਸ ਦੇ ਨਾਲ ਕੁਝ ਮਾੜੀ ਘਟਨਾ ਵਾਪਰ ਜੇ, ਕਹਿੰਦੇ ਦੇਖਿਆ ਕੀਤਾ ਪਾ ਲਿਆ, ਫਟਾਫਟ 1 ਮਿੰਟ ਦੇ ਵਿੱਚ ਅਸੀਂ ਸਰਟੀਫਿਕੇਟ ਦਿੰਦੇ ਹਾਂ, ਮਾੜਾ ਸੀ ਸਜ਼ਾ ਮਿਲ ਗਈ। ਪਿਆਰਿਓ ਰੱਬ ਦੇ ਦਰਬਾਰ ਵਿੱਚ ਵੀ ਇਹੀ ਵਰਤਣਾ ਹੈ। ਅਸੀਂ ਤੇ ਭਾਵੇਂ ਕਿਸੇ ਨੇ ਲਾਗ ਟਾਕ ਨਾਲ ਚੰਗਾ ਮੰਦਾ ਕਹਿ ਸਕਦੇ ਹਾਂ, ਲੇਕਿਨ ਦਾਤੇ ਦੇ ਦਰਬਾਰ ਵਿੱਚ ਤੱਕੜੀ ਬੜੀ ਸੱਚੀ ਹੈ, ਪਰਖਣਹਾਰਾ ਸੱਚਾ ਹੈ, ਉਸ ਦੇ ਵੱਟੇ ਬੜੇ ਪੱਕੇ ਨੇ। ਉੱਥੇ ਕੋਈ ਸਿਫਾਰਸ਼ ਨਹੀਂ, ਉੱਥੇ ਕੋਈ ਠੱਗੀ ਨਹੀਂ ਚੱਲਦੀ। ਇਸ ਵਾਸਤੇ ਗੁਰੂਦੇਵ ਕਹਿੰਦੇ ਨੇ, ਸਭੇ ਧਿਰਾਂ ਨਿਕੁੱਟੀਅਸ ਹਿਰ ਲਈਅਸ ਧਰ ਤੇ। ਜਦੋਂ ਸਭ ਕੁਝ ਤੇਰਾ ਮੁੱਕ ਜਾਏਗਾ, ਉਸ ਵੇਲੇ ਰੱਬ ਨੇ ਤੈਨੂੰ ਚੁੱਕਣਾ ਤੇ ਤੇਰਾ ਲੇਖਾ ਹੋਣਾ। ਫਿਰ ਅਖੀਰ ਵਿਜਣ ਕਲਹ ਨਾ ਦੇਵਦਾ, ਤਾਂ ਲਿਆ ਕਰਤੇ ਕਲਹ ਬਣੀ ਰਹਿੰਦੀ ਦੁਨੀਆ ਵਿੱਚ। ਕਈ ਬੰਦਿਆਂ ਦੇ ਕਾਰਨ ਸਮਾਜ ਸਾਡਾ ਮਾੜਾ ਹੈ। ਆ ਬਜ਼ੁਰਗ ਵਾਰ ਤੁਸੀਂ ਬੈਠੇ ਹੋ, ਬਿਰਧ ਘਰ ਜਾਈਦਾ ਦਿੱਲੀ, ਕਈ ਬਿਰਧ ਘਰ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇੱਕ ਬਿਰਧ ਘਰ ਹੈਗਾ ਰਜਿੰਦਰ ਨਗਰ। ਸੇਵਾਵਾਂ ਬੜੀਆਂ ਨੇ ਕਮੇਟੀ ਦੀਆਂ, ਸਾਨੂੰ ਤੇ ਬਸ ਇਹੀ ਲੱਗਦਾ ਵੀ ਗੁਰਦੁਆਰੇ ਹੀ ਸੰਭਾਲੇ ਆ, ਬੜਾ ਕੁਛ ਹੈ। ਔਰ ਚੱਲਦਾ ਸੰਗਤਾਂ ਦੇ ਸਹਿਯੋਗ ਨਾਲੇ ਵੀ ਬੇਨਤੀ ਕਰਾਂ, ਬਹੁਤ ਕੁਛ ਹੈ ਜਿਹੜਾ ਲੋੜੀਂਦਾ ਹੈ। ਸੰਗਤਾਂ ਦੇ ਸਹਿਯੋਗ ਦੀ ਬੜੀ ਲੋੜ ਹੈ ਅੱਜ ਸਾਨੂੰ, ਬਹੁਤ ਸਾਰੇ ਪਹਿਲੂ ਨੇ। ਸੋ ਖੈਰ ਮੈਂ ਉਸ ਪਾਸੇ ਨਾ ਜਾ ਕੇ ਬੇਨਤੀ ਕਰਾਂ, ਬਿਰਧ ਘਰ ਜਾਈਦਾ ਹੈ ਕਈ ਅਲੱਗ-ਅਲੱਗ ਥਾਵਾਂ ਤੇ ਉਸ ਦੀ ਮੈਨੂੰ ਅੱਜ ਗੱਲ ਯਾਦ ਆ ਗਈ। ਇੱਕ ਬੜੇ ਧਨਾੜ ਸੱਜਣ ਕਹਿੰਦੇ, ਜੀ ਸਾਡੇ ਘਰ ਵਿੱਚ ਇੱਕੋ ਬੰਦਾ ਕਲਹ ਪਾ ਕੇ ਰੱਖਦਾ ਸੀ, ਅਸੀਂ ਛੱਡ ਕੇ ਇੱਥੇ ਆ ਗਏ, ਹੁਣ ਉਹ ਚਲਾ ਗਿਆ, ਹੁਣ ਸੋਚ ਰਹੇ ਹਾਂ ਘਰ ਚਲੇ ਜਾਈਏ। ਉਹ ਦੁਨੀਆ ਤੋਂ ਚਲਾ ਗਿਆ। ਦੇਖੋ ਆਪਣੇ ਘਰ ਦਾ ਜੀ ਬੰਦਾ ਜਿਸ ਨੂੰ ਪਾਲਦਾ ਆਪਣੇ ਹੱਥੀਂ, ਜੇ ਅੱਤ ਹੋ ਜੇ ਕਰਮਾਂ ਦੀ ਤੇ ਮਾਂ ਵੀ ਅੰਦਰੋਂ ਆਖ ਦਿੰਦੀ ਹੈ, ਪੁੱਤਰ ਬਹੁਤ ਦੁਖੀ ਹਾਂ, ਚੰਗਾ ਹੁੰਦਾ ਤੇਰਾ ਜਨਮ ਨਾ ਹੁੰਦਾ। ਤੇ ਗੁਰੂ ਸਾਹਿਬ ਕਹਿੰਦੇ ਨੇ ਫਿਰ ਰੱਬ ਨੇ ਵੀ ਤੇ ਤੈਨੂੰ ਮਨੁੱਖਾ ਜਨਮ ਦਿੱਤਾ ਹੈ 84 ਲੱਖ ਜੂਨ ਵਿੱਚ, ਤੇ ਤੂੰ ਸੰਭਾਲ ਆਪਣੇ ਆਪ ਨੂੰ। ਇਸ ਕਰਕੇ ਵਿਜਣ ਕਲਹ ਨਾ ਦੇਵਤਾ, ਤਾਂ ਲਿਆ ਕਰਤੇ। ਜਦੋਂ ਤੂੰ ਦੁਨੀਆ ਵਿੱਚ ਆ ਕੇ ਨਾਮ ਨਹੀਂ ਜਪਦਾ, ਕਲਹ ਬਣਾ ਕੇ ਰੱਖਦਾ, ਕਹਿੰਦੇ ਨੇ ਰੱਬ ਨੇ ਤੈਨੂੰ ਉਠਾ ਲੈਣਾ ਹੈ, ਰੱਬ ਨੇ ਤੇਰਾ ਅੰਤ ਕਰ ਦੇਣਾ ਹੈ। ਜੋ ਜੋ ਕਰਤੇ ਅਹੰਗਮੇਵ ਝੜ ਧਰਤੀ ਪੜਤੇ। ਜਿਹੜੇ ਅਹੰਕਾਰੇ ਹੋਏ ਲੋਕ ਨੇ ਉਹਨਾਂ ਨੂੰ ਢਹਿ ਕੇ ਧਰਤੀ ਤੇ ਹੀ ਡਿੱਗਣਾ ਪੈਂਦਾ ਹੈ। ਅੱਜ ਦੇ ਦਿਨ ਰਾਵਣ ਡਿੱਗਿਆ ਸੀ, ਦੁਨੀਆ ਮਨਾ ਰਹੀ ਹੈ। ਪਰ ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰਾਂ, ਸਮਾਂ ਹੋ ਗਿਆ। ਪਿਆਰਿਓ, ਅਹੰਕਾਰੀ ਲੋਕ, ਉਹਨਾਂ ਦਾ ਅੰਤ ਹੋਣਾ ਹੈ। ਅੰਤ ਸਭ ਦਾ ਹੈ, ਪਰ ਅਹੰਕਾਰੀ ਦਾ ਅੰਤ। ਇੱਕ ਸਿੱਖਿਆ ਦਾ ਦਿਨ ਸੀ ਵੀ ਬੁਰਾਈ ਹਾਰੀ, ਸੱਚ ਜਿੱਤਿਆ। ਅੱਜ ਇਸ ਨੂੰ ਮੇਲਾ ਬਣਾ ਲਿਆ। ਔਰ ਜਦੋਂ ਮੇਲਾ ਬਣ ਜੇ ਨਾ ਕੋਈ ਸੱਚਾ ਕਰਮ, ਫਿਰ ਉਹ ਸੱਚਾ ਕਰਮ ਯਾਦ ਨਹੀਂ ਰਹਿੰਦਾ, ਲੋਕ ਮੇਲਾ ਦੇਖ ਕੇ ਚਲੇ ਜਾਂਦੇ ਆ, ਕਿਉਂਕਿ ਮੇਲਾ ਸੱਚ ਨਹੀਂ ਹੁੰਦਾ। ਸਵੇਰੇ ਲੱਗਦਾ, ਰਾਤੀ ਉਕੜ ਜਾਂਦਾ ਹੈ। ਤੇ ਦੁਨੀਆ ਨੂੰ ਮੇਲਾ ਕਿਹਾ ਗੁਰੂ ਨੇ। ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾ ਹੈ, ਇਸ ਮੇਲੇ ਨੂੰ ਸੱਚ ਮੰਨਿਆ। ਜਿਹੜੇ ਮੇਲੇ ਨੇ ਉਜੜਨ ਵਾਲੇ, ਉਹਨਾਂ ਦੇ ਆਨੰਦ ਲਈ ਜਾਂਦਾ, ਐਵੇਂ ਝੂਠਾ। ਸੋ ਜਾਗੋ, ਸੁਚੇਤ ਹੋਵੋ, ਗੁਰੂ ਦੀ ਵਿਚਾਰਧਾਰਾ ਦੇ ਅਨੁਸਾਰੀ ਹੋਵੋ, ਔਰ ਸੱਚ ਦੇ ਆਧਾਰ 'ਤੇ ਨਾਮ ਜਪਦੇ ਹਾਂ, ਬਾਣੀ ਪੜ੍ਹਦੇ ਹਾਂ, ਨਿਰਮਲ ਜੀਵਨ ਥੈਂਕਸ ਰੱਬ ਦਾ ਕਰਦੇ ਹਾਂ, ਸ਼ੁਕਰਾਨਾ ਕਰਦੇ ਹਾਂ, ਬਤੀਤ ਕਰੀਏ, ਤਾਂ ਹੀ ਲੋਕ ਪਰਲੋਕ ਸੁਹੇਲਾ। ਹੋਈਆਂ ਭੁੱਲਾਂ ਨਾ ਚਿਤਾਰਨੀਆਂ। ਕੋਟਾਨ ਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ, ਧਰਮ ਪ੍ਰਚਾਰ ਕਮੇਟੀ
ਜੋ ਇਹ ਪ੍ਰਚਾਰ ਧਰਮ ਦਾ ਕਰਦੀ ਪਈ ਹੈ, ਉਹਨਾਂ ਦਾ ਵੀ ਮੈਂ ਇੱਥੋਂ ਧੰਨਵਾਦ ਕਰਾਂਗਾ। ਸੋ ਸਾਰੀ ਸੰਗਤ ਦਾ ਧੰਨਵਾਦ। ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹਿ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉ ਮਨਹੁ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ। ਸਦਾ ਸਿਫਤ ਸਾਲਾਹ ਤੇਰੀ।